स्वागत है। नज़र मारते हैं अज दीआं खास खबरां ते। मामला अमृतसर के थाणा सिविल लाइन के अधीन आउंदे बाबा चिकन के नज़दीक होए हादसे का है, जिथे एक जैगुआर कार सवार वालों एक एक्टिवा सवार लड़के उपर अचानक हमला कर उसका सिर पाड़ के अते उसनूं बुरी तरह जख्मी कर कार सवार मौके तो गड्डी छड्ड फरार हो गए। इस संबंधी जानकारी दिंदियां थाणा सिविल लाइन पुलिस अधिकारी ने दस्सिया है कि सानूं मौके ते फोन आया है। फिलहाल मौके ते पहुंच जांच शुरू कर दी है ते जो भी जानकारी प्राप्त होगी उस संबंधी बनदी कार्रवाई अमल विच लिआंदी जाएगी। होया की है थोड़ा दस दो। वो गड्डी चों बाहर निकल के एकदम ही गल पै गया मेरे। कौन सी मुंडा ही जैगुआर ते। अच्छा उन्हें एकदम ही सिर ते हिट करता। मैनूं पता ही नहीं लगा भाई मैं डिग गया। नहीं कोई जानकारी सी नहीं रंजिश सी की नहीं इदां ही गड्डी लागों गड्डी औखा जा वेख के लंघ गया। अच्छा एकदम ही फिर गड्डी चों निकल के मारन डै पिया। की किदे नाल मारी उन्हें हाथ नाल ही मारिया जे। नहीं कि नाक नूं पाटा मैनूं पता ही नहीं लगा एक बारी हिट मेरे वज्जी सिर ते मैं डिग गया। उस तो बाद हुण किते नूं भजा इधर नूं भज्जा किते गड्डी ओदी किथे है गड्डी और जैगुआर लगी जी। ਉਹ ਭੱਜ ਗਿਆ ਉਸ ਤੋਂ ਬਾਅਦ हाँ जी भज गया। ਤੇ ਕਿਸੇ ਨੇ ਛਡਾਇਆ ਤੁਹਾਨੂੰ नहीं किसी ने नहीं छड़ाया भज गया। हुण पुलिस आई मौके ते हाँ जी मौके ते पुलिस आ गई। ਗਿਆ ਉਸ ਤੋਂ ਬਾਅਦ ਜੀ ਐਸਆਈ ਹਰਭਜਨ ਸਿੰਘ ਚੌਂਕੀ ਲਾਂਸ ਰੋਡ ਥਾਣਾ ਸਿਵਲ ਲਾਈਨ। ਮਾਮਲਾ ਇੱਕ ਟੈਲੀਫੋਨ ਮਸੂਲ ਹੋਇਆ ਚੌਂਕੀ ਇੰਚਾਰਜ ਨੂੰ ਕਿ ਇੱਥੇ ਕੋਈ ਝਗੜਾ ਹੋ ਰਿਹਾ ਬਾਬਾ ਚਿਕਨ ਦੇ ਲਾਗੇ, ਤੇ ਮੌਕੇ ਤੇ ਪੁੱਜੇ ਆ। ਹੁਣ ਜੋ ਹਾਲਾਤ ਨੇ ਤਫਤੀਸ਼ ਹੈ, ਬਾਅਦ ਵਿੱਚ ਪਤਾ ਕਰਦੇ ਇਹਨਾਂ ਨੂੰ ਕੀ ਗੱਲਬਾਤ ਹੋਈ ਆ। ਅਜੇ ਤੇ ਆਏ ਆ ਆਣ ਕੇ ਜੋ ਸੀਸੀਟੀਵੀ ਜਾਂ ਜਿਹੜਾ ਵੀ ਦੋਸ਼ੀ ਹੋਊਗਾ ਤੇ ਕਾਰਵਾਈ ਕੀਤੀ ਜਾਏਗੀ। ਕਾਰਵਾਈ ਅਜੇ ਇਹਦੇ ਨਾਲ ਕੋਈ ਇਹਨਾਂ ਨੇ ਕੋਈ ਸਾਨੂੰ ਬਿਆਨਬਾਜ਼ੀ ਨਹੀਂ ਦਿੱਤੀ, ਕੋਈ ਗੱਲਬਾਤ ਨਹੀਂ ਦੱਸੀ। ਫਿਲਹਾਲ ਇਹਨਾਂ ਦੱਸਿਆ ਕਿ ਮੈਂ ਜਾਣ ਡਿਆ ਤੇ ਜੈਗੁਆਰ ਗੱਡੀ ਦੇ ਵਿੱਚ ਮੁੰਡਾ ਸੀ, ਉਹਨੇ ਨਿਕਲ ਕੇ ਗੱਡੀ ਚੋਂ ਨਿਕਲ ਕੇ ਤੇ ਮੇਰੇ ਤੇ ਹਮਲਾ ਕੀਤਾ ਵਾ। ਅਜੇ ਗਾਂ ਤਫਤੀਸ਼ ਕਰਾਂਗੇ, ਜੋ ਗੱਲਬਾਤ ਸਾਹਮਣੇ ਆਏਗੀ ਫਿਰ ਪਤਾ ਲੱਗੇਗੀ। ਤਪਾ ਮੰਡੀ ਦੇ ਸਟੇਸ਼ਨ ਦੇ ਨਜ਼ਦੀਕ ਫਾਟਕ ਕੋਲ ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਜਾਣਕਾਰੀ ਮੁਤਾਬਿਕ ਤਪਾ ਮੰਡੀ ਦੇ ਗੁਰੂ ਗੋਬਿੰਦ ਸਿੰਘ ਨਗਰ ਦੀ ਮਹਿਲਾ ਪੱਪੀ ਕੌਰ 50 ਸਾਲ ਦੀ ਉਮਰ ਪਤਨੀ ਬੰਦ ਸਿੰਘ ਜੋ ਕਿ ਰੇਲਵੇ ਲਾਈਨ ਪਾਰ ਕਰ ਰਹੀ ਸੀ ਤਾਂ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਜਾ ਰਹੀ ਮਾਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਸਰ ਅੱਜ 8:55 ਤੇ ਟ੍ਰੇਨ ਮਾਲ ਗੱਡੀ ਸੀ ਬਠਿੰਡਾ ਸਾਈਡ ਨੂੰ ਜਾਂਦੀ ਸੀ। ਤਾਂ ਆਪਾਂ ਸਟੇਸ਼ਨ ਦੇ ਥੋੜਾ ਫਾਟਕਾਂ ਦੇ ਕੋਲੇ ਜਾ ਜਦੋਂ ਪਹੁੰਚੀ ਤਾਂ ਇੱਕ ਔਰਤ ਸੀਗੀ ਕਰੀਬ ਉਮਰ 50 ਸਾਲ ਦੀ। ਉਹ ਕਿਸੇ ਘਰਾਂ ਦੇ ਵਿੱਚ ਸਫਾਈ ਵਗੈਰਾ ਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ। ਲਾਈਨ ਕ੍ਰਾਸ ਕਰਨ ਲੱਗੀ ਤਾਂ ਉਹਦੀ ਗੱਡੀ ਲਪੇਟ ਵਿੱਚ ਆ ਗਈ। ਸਾਨੂੰ ਉਹਦੀ ਇਤਲਾਹ 9:15 ਵਜੇ ਮਿਲੀ ਸੀ। 9:50 ਤੇ ਮੈਂ ਮੌਕੇ ਤੇ ਪਹੁੰਚ ਗਿਆ ਸੀ। 174 ਦੀ ਕਾਰਵਾਈ ਅਮਲ 'ਚ ਲੈਂਦੀ ਹੈ ਜੀ। ਕੀ ਨਾਂ ਜੀ ਔਰਤ ਦਾ ਤੇ ਪੱਪੀ ਨਾਮ ਆ ਜੀ ਉਹਦਾ, ਵਾਈਫ ਆਫ ਬੰਤਾ ਸਿੰਘ, ਆਰਓ ਵਾਰਡ ਨੰਬਰ 3 ਤਪਾ ਜੀ। ਹਲਕਾ ਭਦੌੜ ਦੇ ਕਸਬਾ ਸੈਣਾ ਦੇ ਸਿਹਤ ਕੇਂਦਰ ਅੰਦਰ ਚੱਲ ਰਹੇ ਓਟ ਸੈਂਟਰ ਜਿੱਥੇ ਨਸ਼ਾ ਛਡਾਊ ਗੋਲੀਆਂ ਦਿੱਤੀਆਂ ਜਾਂਦੀਆਂ ਹਨ, ਮੁੜ ਉਹ ਸੈਂਟਰ ਚੋਰੀ ਦੀ ਵਾਰਦਾਤ ਦਾ ਸ਼ਿਕਾਰ ਹੋਇਆ। ਇਸ ਵਾਰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਛਡਾਊ ਗੋਲੀਆਂ ਚੋਰੀਆਂ ਤੇ ਨਕਦੀ ਚੋਰੀ ਹੋਈ ਹੈ। ਜ਼ਿਕਰਯੋਗ ਹੈ ਕਿ ਪਿੰਡਾਂ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਨਸ਼ਾ ਛਡਾਊ ਜੀਵ ਵਾਲੀ ਗੋਲੀ ਦੀ ਵਰਤੋਂ ਕਰਦੇ ਹਨ ਤੇ ਹਸਪਤਾਲਾਂ ਵਿੱਚ ਇਹਨਾਂ ਨੂੰ ਲੈਣ ਵਾਲਿਆਂ ਦੀਆਂ ਵੱਡੀਆਂ ਲਾਈਨਾਂ ਲੱਗਦੀਆਂ ਰਹਿੰਦੀਆਂ ਹਨ। ਕੀ ਨਾਮ ਮੈਡਮ ਆਪਣਾ? ਸਵਰਨਜੀਤ ਕੌਰ, ਸਟਾਫ ਨਰਸ। ਅੱਛਾ ਜੀ, ਜਿਹੜੀ ਇਹ ਵਾਰਦਾਤ ਹੋਈ ਆ ਤੁਹਾਨੂੰ ਕਦੋਂ ਪਤਾ ਲੱਗਿਆ ਤੇ ਕੀ ਨੁਕਸਾਨ ਹੋਇਆ ਜੀ ਇਹਦੇ 'ਚ? ਹਾਂਜੀ, ਸਾਨੂੰ ਨਾ ਸਾਡਾ ਸਿਰਫ ਪੌਣੇ ਇਕੱਠ ਆ ਜਾਂਦਾ ਪਹਿਲਾਂ ਹੀ। ਪੌਣੇ ਇਕੱਠ ਆ ਕੇ ਇਹਨੇ ਮੈਨੂੰ ਫੋਨ ਲਾਇਆ ਤੇ ਮੈਂ ਬਸ ਤਿਆਰ ਤੁਰ ਹੋ ਕੇ ਆਉਣ ਹੀ ਲੱਗੀ ਸੀਗੀ। ਉਦੋਂ ਨੇ ਫੋਨੇ ਮੈਨੂੰ ਸਾਰੇ ਲੋਕ ਤੋੜੇ ਪਏ ਨੇ। ਬਸ ਫਿਰ ਉਹਦੀ 8 ਵਜੇ ਨੂੰ ਅਸੀਂ ਪਹੁੰਚ ਗਏ ਸੀ। ਆ ਕੇ ਦੇਖਿਆ ਤਾਂ ਸਾਰੇ ਲੋਕ ਟੁੱਟੇ ਹੋਏ ਸੀ, ਦੋਨਾਂ ਦੇ, ਪਿਛਲੀ ਬਿਲਡਿੰਗ ਦੇ ਵੀ ਇਹ ਵਾਲੀ ਬਿਲਡਿੰਗ ਦੇ ਵੀ, ਜਿੱਥੇ ਔਰਤ ਦੀ ਦਵਾਈ ਹੁੰਦੀ ਆ। ਕਿੰਨੀ ਨਗਦੀ ਤੇ ਹੋਰ ਕੀ ਚੋਰੀ ਹੋਇਆ? ਨਗਦੀ ਸਾਡੇ ਓਪੀਡੀ ਪਰਚੀ ਫੀਸ ਦੇ ਵੀ 1600-1700 ਦੇ ਕਰੀਬ ਸੀਗਾ, ਲਗਭਗ 1600-1700 ਸੀਗੀ। ਠੀਕ ਹੈ ਜੀ। ਤੇ ਬਾਕੀ ਸਾਡੇ 2881 ਟੋਟਲ ਗੋਲੀਆਂ ਸਟਾਕ 'ਚ ਸੀਗੀਆਂ ਸਾਡੇ। ਉਹ ਸਾਰੀਆਂ ਇੱਕ ਵੀ ਹੈ ਨਹੀਂ ਸੀ। ਉਹ ਗੋਲੀ ਕਾਹਦੇ ਲਈ ਵਰਤੀ ਜਾਂਦੀ ਹੈ ਜੀ? ਉਹ ਆਪਣੇ ਜਿਵੇਂ ਓਟ ਕਲੀਨਿਕ ਖੁੱਲੇ ਹੋਏ ਨਸ਼ਾ ਛਡਾਊ ਕੇਂਦਰ ਹੈ ਨਾ, ਉਹਦੇ ਵਿੱਚ ਦਿੱਤੀ ਜਾਂਦੀ ਮਰੀਜ਼ਾਂ ਨੂੰ। ਜੀਵ ਵਾਲੀ ਗੋਲੀ ਬੋਲਦੇ ਨੇ। ਤੇ ਇਸ ਤੋਂ ਪਹਿਲਾਂ ਵੀ ਕੋਈ ਵਾਰਦਾਤ ਹੋ ਚੁੱਕੀ ਹੈ ਇਸ ਤਰ੍ਹਾਂ? ਹਾਂਜੀ, ਪਿਛਲੇ ਅਗਸਤ ਮਹੀਨੇ ਦੇ ਵਿੱਚ ਵੀ ਇੱਦਾਂ ਸਾਡੀ ਸਮਝ ਲਓ 8-9 ਹਜ਼ਾਰ ਦੇ ਕਰੀਬ ਗੋਲੀ ਚੋਰੀ ਹੋ ਗਈ ਸੀ। ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਗੇੜਾ ਮਾਰਿਆ ਜਾਂ ਕੋਈ ਕਾਰਵਾਈ ਕੀਤੀ ਜੀ? ਹਾਂਜੀ, ਉਹ ਆ ਕੇ ਮੌਕਾ ਦੇਖ ਕੇ ਗਏ ਨੇ। ਕੀ ਤੁਸੀਂ ਉੱਚ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਜੀ? ਹਾਂਜੀ, ਅਸੀਂ ਉਸੇ ਟਾਈਮ ਹੀ ਪੁਲਿਸ ਥਾਣਾ ਨੂੰ ਸੂਚਿਤ ਕਰਤਾ ਸੀ ਤੇ ਅਸੀਂ ਤਪਾ ਐਸਐਮਓ ਸਰ ਨੂੰ ਅਸੀਂ ਉਹਦੀ ਲੈਟਰ ਭੇਜਤੀ ਸੀ, ਦੇਖ ਕੇ ਫੋਨ ਕਰਤਾ ਸੀ ਨਾਲ। ਇੱਥੇ ਵੈਸੇ ਸਟਾਫ ਕਿੰਨਾ ਕੁ ਹੁੰਦਾ ਗਾ ਜੀ? ਕੌਣ ਕਰਦਾ ਇਹਦੀ ਦੇਖਭਾਲ ਬਾਅਦ 'ਚ? ਸਟਾਫ ਜੀ ਅਸੀਂ ਇਸ ਦਿਨ ਚੌਂਕੀਦਾਰ ਹੈ ਨਹੀਂਗਾ ਸਾਡੇ ਕੋਲੇ, ਰਾਤ ਨੂੰ ਇੱਥੇ ਕੋਈ ਨਹੀਂ ਹੁੰਦਾ। 2 ਵਜੇ ਅਸੀਂ ਲੌਕ ਲਗਾ ਕੇ ਚਲੇ ਜਾਂਦੇ ਹਾਂ ਸਾਰਾ ਸਟਾਫ ਹੀ। ਕੀ ਸਟਾਫ ਦੀ ਘਾਟ ਬਾਰੇ ਵੀ ਲਿਖਤੀ ਭੇਜਿਆ ਜਾ ਚੁੱਕਿਆ ਹੈ ਜੀ? ਹਾਂਜੀ, ਸਟਾਫ ਦੀ ਘਾਟ ਬਾਰੇ ਵੀ ਪਹਿਲਾਂ ਭੇਜਿਆ ਗਿਆ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਜਸਪਾਲ ਸਿੰਘ ਹੈ ਸਰ। ਜਸਪਾਲ ਸਿੰਘ ਜੀ, ਜਿਹੜੀ ਇਹ ਚੋਰੀ ਦੀ ਵਾਰਦਾਤ ਹੋਈ ਆ ਕਦੋਂ ਹੋਈ ਆ, ਕਦੋਂ ਤੁਹਾਨੂੰ ਪਤਾ ਲੱਗਿਆ ਤੇ ਕੀ ਨੁਕਸਾਨ ਹੋਇਆ? ਇਹ ਕੱਲ ਸਵੇਰੇ ਪਤਾ ਲੱਗਿਆ ਸਰ ਸਾਨੂੰ, ਪੌਣੇ 8 ਵਜੇ ਜਦੋਂ ਮੈਂ ਗੇਟ ਖੋਲ੍ਹਿਆ ਜੀ। ਇੱਧਰ ਆਇਆ ਮੈਂ ਗੇਟ ਖੋਲ੍ਹਣ ਲਈ
ਤਾਂ ਉਦੋਂ ਮੈਂ ਦੇਖਿਆ ਸਰ ਵੀ ਇਹ ਜਿੰਦੇ ਨੇ ਭੰਨੇ ਪਏ ਸੀ ਸਾਰੇ ਜੀ। ਆ ਇੱਧਰ ਸਰ ਉਹ ਪੀੜੀ ਦਾ ਤੇ ਉਧਰ ਸਾਰਾ ਦੋਨੇ ਪਾਸੇ ਜਿੰਦੇ ਭੰਨੇ ਹੋਏ ਸੀਗੇ ਜੀ। ਇੱਧਰ 3 ਜਿੰਦੇ ਲੱਗੇ ਹੋਏ ਸੀ ਸਰ, ਉਧਰ 2 ਸੀਗੇ ਜੀ। ਠੀਕ ਹੈ, ਤੇ ਕੀ ਕੀ ਇੱਥੋਂ ਗਾਇਬ ਸੀਗਾ ਜਦੋਂ ਤੁਸੀਂ ਦੇਖਿਆ? ਸਰ ਇੱਥੋਂ ਉਹ ਪੀੜੀ ਦੀ ਪਰਚੀ ਫੀਸ ਜੀ ਤੇ ਆ ਗੋਲੀਆਂ ਜੀ ਵਾਲੀਆਂ। ਅੱਜ ਹਲਕਾ ਰਾਜਪੁਰਾ ਦੇ ਪਿੰਡ ਚੱਕ ਕਲਾਂ ਸਮੇਤ ਨੇੜਲੇ ਦਰਜਨਾਂ ਪਿੰਡਾਂ ਦੇ ਵਿੱਚ ਚਾਈਨੀਜ਼ ਵਾਇਰਸ ਕਰਕੇ ਫਸਲ ਤਬਾਹ ਹੋ ਚੁੱਕੀ ਹੈ। ਕਿਸਾਨਾਂ ਨੇ ਕਿਹਾ ਕਿ ਫਸਲ ਤਬਾਹ ਹੋਣ ਸੰਬੰਧੀ ਖੇਤੀਬਾੜੀ ਵਿਭਾਗ ਸਮੇਤ ਹੋਰਨਾਂ ਅਧਿਕਾਰੀਆਂ ਤੱਕ ਪਹੁੰਚ ਕਰ ਚੁੱਕੇ ਹਨ, ਪਰ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਅਧਿਕਾਰੀ ਨਹੀਂ ਪਹੁੰਚਿਆ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਫਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸੇਵਾ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਹੋ ਅੱਜ ਆਪਣੀ ਫਸਲ ਦੇ ਵਿੱਚ ਖੜੇ ਹੋ? ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਸਾਨੂੰ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੀ। ਘੱਟੋ ਘੱਟ 50,000 ਰੁਪਈਆ। ਦੇਖੋ ਅਸੀਂ 50,000 ਦਾ ਠੇਕੇ ਦਾ ਦਿਆ, 25,000 ਇੱਧਰ ਖਰਚਾ ਆ ਗਿਆ, 75,000 ਰੁਪਈਆ ਆ ਗਿਆ ਤਾਂ ਕਿ ਅਸੀਂ ਆਪਣੀ ਕਣਕ ਤਾਂ ਬੀਜ ਸਕੀਏ। ਨਾ ਸਾਡੇ ਕੋਲ ਰੇਹ ਜੋਗਾ ਪੈਸਾ, ਕਿ ਅੱਗੇ ਤਾਂ ਅਸੀਂ ਇਹ ਫਸਲ ਗੇਰ ਦਿੰਦੇ ਆੜਤੀ ਵਾ ਤੇ ਮਿਲ ਜਾਂਦੇ ਤੇ, ਹੁਣ ਜਦ ਇਹ ਗੇਰੂਗੇ ਕਿਹਾ ਜੀ ਅਸੀਂ, ਜਦ ਹੈ ਉਹ ਨਹੀਂ। ਆ ਦੇਖੋ ਤੁਹਾਡੇ ਸਾਹਮਣੇ ਕੁਆਂਟਲ ਵੀ ਨਹੀਂ। ਕਿੰਨੀ ਏਕੜ ਫਸਲ ਤਬਾਹ ਹੋਈ, ਕਿੰਨੇ ਪਿੰਡਾਂ ਦੀ? 12 ਏਕੜ ਤਾਂ ਜੀ ਮੇਰੀ ਇਕੱਲੇ ਦੀ ਤਬਾਹ ਹੋਈ ਹੈ। ਆਪਾਂ ਖੜੇ ਹਾਂ ਵਿੱਚ, ਤੁਸੀਂ ਦੇਖ ਲਓ ਅੱਗੇ ਵੀ ਜਾ ਕੇ। ਬਾਕੀ 10 ਏਕੜ ਰਸਕਿੰਦਰ ਸਿੰਘ ਹੈ ਜੀ। ਬਾਕੀ ਇਹ ਪ੍ਰਵਿੰਦਰ ਸਿੰਘ ਹੈ, 8 ਏਕੜੀ ਦੀ ਹੈ। ਸੋ ਇਸ ਸੰਬੰਧੀ ਕਿਸੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਜੀ ਅਸੀਂ। ਖੇਤੀਬਾੜੀ ਮਹਿਕਮੇ 'ਚ ਉਹਨਾਂ ਨੇ ਪਹਿਲਾਂ ਕਿਹਾ ਤਾਂ ਵੀ ਉਰੇ ਐਪਲੀਕੇਸ਼ਨਾਂ ਦੇ ਜੋ, ਅਸੀਂ ਦੇ ਕੇ ਆਏ ਮੈਂ ਖੁਦ ਜਾ ਕੇ। ਫਿਰ ਉਹਨਾਂ ਨੇ ਫਾਰਮ ਵੀ ਭਰਾਏ ਤੇ ਉਹ ਵੀ ਭਰੇ, ਪਰ ਕੋਈ ਆਇਆ ਕੋਈ ਨਹੀਂ ਇਸ ਟਾਈਮ ਅਜੇ ਤੱਕ ਕੋਈ ਜੀ। ਫਸਲ ਸਾਡੇ ਚਾਚਾ ਜੀ ਉਹਨਾਂ ਦੀ ਹੈ ਜੀ, 12 ਏਕੜ ਇਹਨਾਂ ਦੀ ਹੈ। ਬਾਕੀ ਰਸਕਿੰਦਰ ਸਿੰਘ ਹੈ ਜੀ ਚਾਚਾ ਜੀ, ਉਹਨਾਂ ਦੀ ਵੀ 10 ਏਕੜ ਹੈਗੀ ਹੈ। ਇਹ ਪ੍ਰਵਿੰਦਰ ਸਿੰਘ ਹੋਣੀ ਹੈ, ਇਹਨਾਂ ਦੀ ਵੀ 7-8 ਏਕੜ ਹੈ ਜੀ। ਤੇ ਅਸੀਂ ਤਾਂ ਜੀਰੀ ਲਾਉਂਦੇ ਨਹੀਂ ਹੈਗੇ, ਸਾਡੇ ਹੈ ਨਹੀਂ ਜੀਰੀ ਫਸਲ ਜ਼ਮੀਨ, ਪਰ ਇਹ ਸਾਡੇ ਪਰਿਵਾਰੇ ਹੈ ਜੀ। ਇਹਨਾਂ ਦੇ ਨਾਲ ਸਮਝ ਲਓ ਸਾਡੀਆਂ ਚੱਲਦਾ ਆਵਾਜਾਈ ਜੀ, ਸਾਰਾ ਸਿਸਟਮ। ਕੀ ਕਾਰਨ ਸਮਝੋ ਖਰਾਬ ਹੋਣ ਦਾ? ਕਾਰਨ ਤਾਂ ਜੀ ਹੁਣ ਦੇਖੋ ਬਿਮਾਰੀ ਹੈ ਜੀ, ਆਹ ਪਤਾ ਨਹੀਂ ਕਿਹੜੀ ਬਿਮਾਰੀ, ਚਾਈਨਾ ਵਾਇਰਸ ਕਹਿੰਦੇ ਇਹਨੂੰ, ਕੀ ਕਹਿੰਦੇ ਆ ਜੀ। ਇਹ ਸਾਰੇ ਹੁਣ ਆਪਾਂ ਖੇਤ ਦੇ ਵਿੱਚ ਖੜੇ ਹੀ ਹਾਂ, ਆਪਾਂ ਦੇਖੇ ਰਹੇ ਹਾਂ ਵੀ ਇੱਥੇ ਕੱਖ ਵੀ ਨਹੀਂ ਹੈਗਾ। ਜੇ ਕੰਪੈਨ ਉਰੇ ਲਾਉਣੇ ਵੀ ਆ ਵੱਢਣ ਨੂੰ ਤਾਂ ਵਢਾਈ ਵੀ ਪੂਰੀ ਨਹੀਂ ਹੋਣੀ, 2 ਕੁਆਂਟਲ ਵੀ ਜੀਰੀ ਨਹੀਂ ਨਿਕਲ ਰਹੀ ਇਹਦੇ ਵਿੱਚੋਂ ਜੇ ਕਿੱਲੇ ਦੀ ਆਪਾਂ ਲਾਈਏ। ਤੇ ਹੁਣ ਸਰਕਾਰ ਤੋਂ ਬੜੀਆਂ ਉਮੀਦਾਂ ਆਸਾਂ ਹੈ। ਦੇਖੋ ਜੀ ਸਰਕਾਰ ਨੇ ਵਾਅਦੇ ਬਹੁਤ ਕੀਤੇ ਹੋਏ ਹਨ, ਵਾਅਦਿਆਂ ਦੇ ਸਿਰ ਪਰ ਸਰਕਾਰ ਬਣੀ ਵੀ ਹੈ। ਤੇ ਜੇ ਹੁਣ ਕਿਸਾਨਾਂ ਨਾਲ ਖੜਦੀ ਹੈ, ਕਿਸਾਨਾਂ ਦਾ ਸਾਥ ਦਿੰਦੀ ਹੈ, ਤਾਂ ਕੱਲ੍ਹ ਨੂੰ ਅੱਗੇ ਨੂੰ ਫੇਰ ਸਰਕਾਰ ਦੀ ਉਮੀਦ ਰੱਖ ਸਕਦੇ ਆਪਾਂ ਵੀ ਇਹ ਸਰਕਾਰ ਆਊਗੀ ਜੀ। ਫਿਰੋਜ਼ਪੁਰ ਦੀ ਬੇਦੀ ਕਲੋਨੀ ਵਿੱਚ ਇੱਕ ਡਾਕਟਰ ਤੇ ਉਸਦੇ ਹੀ ਡਰਾਈਵਰ ਵੱਲੋਂ ਹਮਲਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਕਮਲ ਕਾਂਤ ਨੇ ਦੱਸਿਆ ਹੈ ਕਿ ਉਹ ਆਪਣੇ ਘਰ ਵਿੱਚ ਹੀ ਹਸਪਤਾਲ ਚਲਾ ਰਿਹਾ ਤੇ ਬੀਤੇ ਦਿਨੀ ਕੁਝ ਅਣਪਛਾਤੇ ਵਿਅਕਤੀ ਉਹਨਾਂ ਕੋਲ ਇਲਾਜ ਕਰਵਾਉਣ ਲਈ ਆਏ ਤੇ ਉਹਨਾਂ ਅਚਾਨਕ ਉਹਨਾਂ ਤੇ ਹਮਲਾ ਕਰ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਅਤੇ ਉਸਦੇ ਹੱਥ ਬੰਨ੍ਹ ਕੇ ਉਸ ਕੋਲੋਂ 507,000 ਰੁਪਏ ਤੇ ਇੱਕ ਮੋਬਾਈਲ ਖੋਹ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਉਹਨਾਂ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਜਦੋਂ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਖੰਗਾਲੇ ਤਾਂ ਸੀਸੀਟੀਵੀ ਵਿੱਚ ਉਹਨਾਂ ਦਾ ਹੀ ਡਰਾਈਵਰ ਨਜ਼ਰ ਆਇਆ, ਜਿਸ ਨੂੰ 15 ਦਿਨ ਪਹਿਲਾਂ ਉਹਨਾਂ ਨੇ ਨੌਕਰੀ ਤੋਂ ਹਟਾਇਆ ਸੀ। ਕਰਦੀ ਹੈ ਦੇਵ ਸਮਾਜ ਕਾਲਜ ਫॉर ਔਮਨ ਫਿਰੋਜ਼ਪੁਰ ਚ, ਤੇ ਮੈਨੂੰ ਕਾਲਜ ਫੋਨ ਆਇਆ ਕਿਸੇ ਅਨਨੋਨ ਨੰਬਰ ਤੋਂ। ਉਹਨਾਂ ਨੇ ਮੈਨੂੰ ਦੱਸਿਆ ਕਿ ਡਾਕਟਰ ਸਾਹਿਬ ਤੇ ਕੋਈ ਹਮਲਾ ਕਰ ਗਿਆ ਹੈਗਾ, ਤੇ ਮੈਂ ਉਹਨਾਂ ਨੂੰ ਕਿਹਾ ਕਿ ਡਾਕਟਰ ਸਾਹਿਬ ਨਾਲ ਮੇਰੀ ਗੱਲ ਕਰਾਓ। ਤੇ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਕਿ ਮੈਨੂੰ ਬੁਰੀ ਤਰ੍ਹਾਂ ਮਾਰ ਕੁੱਟ ਗਏ ਹੈਗੇ ਹੈ, ਮੇਰੇ ਹੱਥ ਵੱਢਤੇ ਹੈਗੇ। ਤੇ ਮੈਂ ਫਟਾਫਟ ਕਾਲਜ ਤੋਂ ਭੱਜੀ, ਮੈਂ ਆਪਣੇ ਮੈਡਮ ਨੂੰ ਕਹਿ ਕੇ ਕਾਲਜ ਦੇ ਕਿੰਨੇ ਬੰਦੇ ਮੇਰੇ ਨਾਲ ਫਟਾਫਟ ਪਹੁੰਚੇ। ਜਦੋਂ ਆ ਕੇ ਦੇਖਿਆ ਡਾਕਟਰ ਸਾਹਿਬ ਖੂਨ ਨਾਲ ਲੱਥਪੱਥ ਹੋਏ ਪਏ ਸੀਗੇ। ਤੇ ਘਰ ਸਾਡਾ ਹੈ, ਸਾਰੇ ਕਮਰਿਆਂ 'ਚ, ਰਸੋਈ 'ਚ, ਲੌਬੀ 'ਚ, ਸਾਰੇ ਪਾਸੇ ਖੂਨੋ ਖੂਨ ਹੋਇਆ ਪਿਆ। ਤੇ ਫਟਾਫਟ ਅਸੀਂ ਡਾਕਟਰ ਸਾਹਿਬ ਨੂੰ ਹਸਪੀਟਲ ਲੈ ਕੇ ਗਏ ਕਿ ਸਭ ਤੋਂ ਪਹਿਲੇ ਉਹਨਾਂ ਦੇ ਟਾਂਕੇ ਕਰਵਾਏ ਜਾਣ। ਤੇ ਪੁਲਿਸ 'ਚ ਫਿਰ ਅਸੀਂ ਪਰਚਾ ਦਰਜ ਕਰਵਾਇਆ। ਪੁਲਿਸ ਵਾਲਿਆਂ ਨੇ ਆ ਕੇ ਜਦੋਂ ਘਰ ਖੰਗਾਲਿਆ, ਕੋਈ ਡਾਕਟਰ ਸਾਹਿਬ ਦੇ ਤੌਲੀਏ ਭਰੇ ਪਏ ਹੈਗੇ ਖੂਨ ਨਾਲ, ਕੋਈ ਬਨੈਣ ਭਰੀ ਪਈ ਹੈਗੀ ਹੈ, ਖੂਨੋ ਖੂਨ ਹੋਇਆ ਪਿਆ। ਤੇ ਉਹ ਡਾਕਟਰ ਸਾਹਿਬ ਨੇ ਦੱਸਿਆ ਕਿ 2 ਬੰਦੇ ਅਣਪਛਾਤੇ ਸਾਡੇ ਘਰ ਵਿੱਚ ਵੜੇ, ਜਿਨ੍ਹਾਂ ਨੇ ਆ ਕੇ ਡਾਕਟਰ ਸਾਹਿਬ ਤੇ ਕਿਰਚਾ ਨਾਲ ਹਮਲਾ ਬੋਲਿਆ। ਡਾਕਟਰ ਸਾਹਿਬ ਦੇ ਹੱਥ ਪਿੱਛੇ ਕਰਕੇ ਉਹਨਾਂ ਨੂੰ ਕਮਰੇ ਘੁਮਾਉਂਦੇ ਫਿਰਦੇ ਰਹੇ, ਉਹਨਾਂ ਤੋਂ ਲੁੱਟ ਖੋਹ ਕਰਕੇ ਲੈ ਗਏ। ਉਹਨਾਂ ਨੂੰ ਕਹਿੰਦੇ ਅਲਮਾਰੀਆਂ ਖੋਲੋ, ਉਹਨਾਂ 'ਚੋਂ ਸਾਰਾ ਸਮਾਨ ਦਿਓ। ਤੇ ਜਦੋਂ ਅਸੀਂ ਸੀਸੀਟੀਵੀ ਪੁਲਿਸ ਵਾਲਿਆਂ ਨੇ ਉਹ ਦੇਖੇ, ਤੇ ਉਹ ਸਾਡਾ ਆਪਣਾ ਹੀ ਡਰਾਈਵਰ ਸੀ, ਜਿਹਨੂੰ ਅਸੀਂ
ਪਿਛਲੇ ਕੋਈ 15 ਕੁ ਦਿਨ ਪਹਿਲੇ ਨੌਕਰੀ ਤੋਂ ਕੱਢਿਆ ਸੀ ਕਿਉਂਕਿ ਉਹਨੇ ਫਰਾਡ ਕੀਤਾ ਸੀਗਾ। ਬੈਂਕਾਂ 'ਚ ਡਾਕਟਰ ਸਾਹਿਬ ਦੇ ਝੂਠੇ ਸਾਈਨ ਕਰਕੇ ਉਹ ਪੈਸੇ ਕਢਵਾ ਕੇ ਲੈ ਗਿਆ। 2-2 ਲੱਖ ਇੱਕ ਵਾਰੀ ਅਸੀਂ ਪਕੜੇ ਹੁੰਦੇ ਕਿ ਉਹਨੇ ਕਢਵਾ ਲਏ, 20,000 ਉਹਨੇ SBI 'ਚੋਂ ਕਢਵਾ ਲਏ। ਤੇ ਅਸੀਂ ਇਸ ਚੀਜ਼ ਦਾ ਉਹਦੇ ਘਰ ਵਾਲਿਆਂ ਦੇ ਨੋਟਿਸ 'ਚ ਗੱਲ ਜਦੋਂ ਲਿਆਂਦੀ ਕਿ ਉਹ ਇੰਨੇ ਵੱਡੇ ਵੱਡੇ ਫਰਾਡ ਕਰ ਰਿਹਾ ਹੈਗਾ, ਤੇ ਅਸੀਂ ਉਹਨਾਂ ਨੂੰ ਫਿਰ ਕਹਿ ਕੇ ਕਿ ਹੁਣ ਅਸੀਂ ਇਹਨੂੰ ਨੌਕਰੀ ਤੇ ਨਹੀਂ ਰੱਖ ਸਕਦੇ। ਤੇ ਸਾਨੂੰ ਇਹ ਸੀ, ਅਸੀਂ ਪਰਚਾ ਦਰਜ ਉਦੋਂ ਇਸ ਲਈ ਨਹੀਂ ਕਰਾਇਆ ਕਿ ਸਾਡੀ ਜ਼ਿੰਦਗੀ ਸੇਫ ਰਹਿਣੀ ਚਾਹੀਦੀ ਹੈ। ਪਰ ਉਸ ਬੰਦੇ ਨੇ, ਕਿਉਂਕਿ ਉਹ ਇੱਥੋਂ ਇੰਨਾ ਕੁ ਕੱਢੀ ਜਾਂਦਾ ਸੀਗਾ, ਉਹਨੇ ਪਤਾ ਨਹੀਂ ਕੀ ਸੋਚ ਕੇ ਆਪਣੇ ਬੰਦੇ ਲਿਆ ਕੇ ਡਾਕਟਰ ਸਾਹਿਬ ਤੇ ਆਪ ਹਮਲਾ ਕੀਤਾ। ਤੇ ਅਸੀਂ ਪੁਲਿਸ ਤੋਂ, ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਲਾਇਆ ਜਾਏ ਜਲਦੀ ਤੋਂ ਜਲਦੀ ਇਹਨਾਂ ਨੂੰ, ਕਿਉਂਕਿ ਉਹ ਅਜੇ ਵੀ ਆਜ਼ਾਦ ਘੁੰਮ ਰਹੇ ਨੇ, ਤੇ ਉਹਨਾਂ ਨੂੰ ਪਕੜਿਆ ਜਾਏ ਤੇ ਇਵੇਂ ਦੇ ਅਪਰਾਧਾਂ ਤੇ ਉਹਨਾਂ ਤੇ ਰੋਕ ਲਗਾਉਣੀ ਬਹੁਤ ਜ਼ਰੂਰੀ ਹੈ। ਕਿਉਂਕਿ ਅਸੀਂ ਸ਼ਰੀਫ ਲੋਕ ਹੋ ਕੇ ਅਸੀਂ ਆਪਣੀ ਜਾਨ ਨੂੰ ਸਟੇਕ ਤੇ ਲਗਾ ਕੇ ਬੈਠੇ ਹਾਂ, ਸਾਨੂੰ ਹਰ ਵੇਲੇ ਉਹਨਾਂ ਤੋਂ ਡਰ ਲੱਗੀ ਜਾ ਰਿਹਾ ਹੈ। ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਹਾਰਸੀ ਨਾਲ ਸੰਬੰਧ ਰੱਖਣ ਵਾਲੇ ਡਾਕਟਰ ਰਣਧੀਰ ਸਿੰਘ ਦੇ 2 ਪੁੱਤਰ ਅਮਨਦੀਪ ਸਿੰਘ, ਜਸਦੀਪ ਸਿੰਘ ਤੇ ਨੂੰਹ ਜਸਲੀਨ ਕੌਰ ਤੇ ਪੋਤਰੀ ਅਰੂਹੀ, ਜੋ ਕਿ 8 ਸਾਲ ਦੀ ਹੈ, ਉਹਨਾਂ ਦੇ ਦਫ਼ਤਰ ਤੋਂ ਕਿਸੇ ਅਗਿਆਤ ਵਿਅਕਤੀ ਵੱਲੋਂ ਅਗਵਾ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਜੋ ਕਿ ਨਕਾਬਪੋਸ਼ ਸੀ ਤੇ ਭਿਖਾਰੀ ਬਣ ਕੇ ਉਹਨਾਂ ਦੇ ਦਫ਼ਤਰ ਵਿੱਚ ਆਏ ਤੇ ਪਿਸਤੌਲ ਦੀ ਨੋਕ ਤੇ ਚਾਰੋਂ ਲੋਕਾਂ ਨੂੰ ਅਗਵਾ ਕਰਕੇ ਉਹਨਾਂ ਦੀ ਗੱਡੀ ਵਿੱਚ ਲੈ ਗਿਆ, ਜਿਸ ਤੋਂ ਬਾਅਦ ਕਰੀਬ 30 ਕਿਲੋਮੀਟਰ ਦੀ ਦੂਰੀ ਤੇ ਅਗਵਾ ਹੋਏ ਲੋਕਾਂ ਦੇ ਮੋਬਾਈਲ ਫੋਨ ਮਿਲੇ ਤੇ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਸੀ। ਬਹੁਤ ਹੀ ਮਤਲਬ ਕਿ ਦੁਖਦਾਈ ਘਟਨਾ ਦੇ ਬਾਰੇ ਜਿੱਦਾਂ ਸਾਨੂੰ ਪਤਾ ਲੱਗਾ, ਸਾਡੇ ਆਪਣੇ ਹੀ ਫੈਮਿਲੀ ਮੈਂਬਰ ਵਾਂਗੂ ਹਰਸੀ ਪਿੰਡ ਵਿਖੇ ਡਾਕਟਰ ਰਣਧੀਰ ਜੀ ਦੇ 2 ਬੇਟੇ, ਇੱਕ ਵੱਡਾ ਅਮਨਦੀਪ ਸਿੰਘ ਅਮਨ ਤੇ ਛੋਟਾ ਮੁੰਡਾ ਜਸਦੀਪ ਸਿੰਘ ਜੇਵੀ, ਤੇ ਉਹਨਾਂ ਦੀ ਵਾਈਫ ਤੇ 8 ਮਹੀਨੇ ਦੀ ਬੇਟੀ ਨੂੰ ਅਮਰੀਕਾ ਵਿੱਚ ਲਗਭਗ ਕੱਲ੍ਹ ਦੇ ਟਾਈਮ, ਉੱਧਰ ਸਵੇਰੇ 10:15 ਵਜੇ 11 ਵਜੇ ਦਾ ਟਾਈਮ ਸੀ, ਉਹਨਾਂ ਨੂੰ ਉਹਨਾਂ ਦੇ ਦਫ਼ਤਰ ਵਿੱਚੋਂ ਹੀ ਕਿਡਨੈਪ ਕਰ ਲਿਆ ਗਿਆ। ਅੰਕਲ ਹੁਣੀ ਰਣਧੀਰ ਸਿੰਘ ਜੀ ਕੁਛ ਦਿਨ ਪਹਿਲਾਂ ਹੀ ਅਮਰੀਕਾ ਤੋਂ ਆਏ ਆ, ਤੇ ਕੱਲ੍ਹ ਉਹ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਸੀਗੇ। ਰਾਤੀ ਆਪਣੇ ਬੇਟੇ ਨਾਲ ਦੇਰ ਰਾਤ ਗੱਲ ਹੋਈ ਹੈ ਜਦੋਂ ਉਹ ਦਫ਼ਤਰ ਵਿੱਚ ਸੀਗਾ, ਤੇ ਉਸੇ ਦੌਰਾਨ ਹੀ ਫੋਨ ਦੇ ਉੱਪਰ ਹੀ ਵਾਰਤਾਲਾਪ ਦੇ ਟਾਈਮ ਕੋਈ ਬੰਦਾ ਦਫ਼ਤਰ ਵਿੱਚ ਐਂਟਰ ਹੋਇਆ, ਤੇ ਬਾਅਦ ਵਿੱਚ ਵੱਡੇ ਮੁੰਡੇ ਅਮਨ ਨੇ ਆਪਣੇ ਛੋਟੇ ਭਰਾ ਨੂੰ ਅਗਾਹ ਵੀ ਕੀਤਾ, ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ। ਉੱਥੇ ਦੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੀ ਗੱਡੀ ਟਰੇਸ ਕੀਤੀ ਹੈ, ਜਿਸ ਨੂੰ ਕਿ ਉਹਨਾਂ ਨੇ ਅੱਗ ਲਗਾ ਕੇ ਦਫ਼ਤਰ ਤੋਂ 25-30 ਕਿਲੋਮੀਟਰ ਦੂਰੀ ਤੇ ਛੱਡ ਦਿੱਤਾ ਹੈਗਾ, ਤੇ ਉਹਨਾਂ ਦੇ ਫੋਨ ਮਿਲੇ ਆ। ਹਜੇ ਤੱਕ ਕੋਈ ਵੀ ਖਬਰ ਨਹੀਂ ਹੈਗੀ, ਤੇ ਉਹਨਾਂ ਦੇ ਫਾਦਰ ਕਾਫੀ ਡਿਪਰੈਸ਼ਨ 'ਚ ਆ, ਮਦਰ ਹੈ ਜੋ ਕਿ ਕੱਲ੍ਹ ਨੂੰ ਵਾਪਸ ਅਮਰੀਕਾ ਜਾ ਰਹੇ ਆ ਕੱਲ੍ਹ ਸਵੇਰੇ। ਦੋਹਰੇ ਸੰਵਿਧਾਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਬਾਦਲਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਤੇ ਹੁਸ਼ਿਆਰਪੁਰ ਦੀ ਅਦਾਲਤ ਵੱਲੋਂ ਬਾਦਲਾਂ ਨੂੰ ਇੱਕ ਵਾਰ ਫਿਰ ਤੋਂ ਝਟਕਾ ਦਿੱਤਾ ਗਿਆ ਹੈ। ਦਰਅਸਲ ਧੋਖਾਧੜੀ ਮਾਮਲੇ ਨੂੰ ਲੈ ਕੇ ਬਾਦਲਾਂ ਵਿਰੁੱਧ ਹੁਸ਼ਿਆਰਪੁਰ ਵਿੱਚ ਵੀ ਅਦਾਲਤ ਵਿੱਚ ਸਾਲ 2009 ਵਿੱਚ ਸੋਸ਼ਲਿਸਟ ਪਾਰਟੀ ਦੇ ਆਗੂ ਜਸਵੰਤ ਸਿੰਘ ਖੇੜਾ ਵੱਲੋਂ ਕੇਸ ਕੀਤਾ ਗਿਆ ਸੀ, ਜੋ ਕਿ ਹੁਣ ਤੱਕ ਲਗਾਤਾਰ ਚੱਲਿਆ ਆ ਰਿਹਾ ਹੈ ਤੇ ਬੀਤੇ ਸਮੇਂ ਦੌਰਾਨ ਕਈ ਵਾਰ ਸੁਖਬੀਰ ਸਿੰਘ ਬਾਦਲ ਪੇਸ਼ੀ ਭੁਗਤਣ ਵੀ ਆ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਹੁਸ਼ਿਆਰਪੁਰ ਵਿੱਚ ਪਾਰਟੀ ਦਾ ਕੋਈ ਵੀ ਦਫ਼ਤਰ ਨਹੀਂ ਹੈ, ਇਸ ਲਈ ਇੱਥੇ ਕੇਸ ਨਾ ਚਲਾਇਆ ਜਾਵੇ ਤੇ ਇਸ ਨੂੰ ਬੰਦ ਕਰ ਦਿੱਤਾ ਜਾਵੇ, ਜਿਸ ਦੇ ਅਦਾਲਤ 'ਚ ਦੋਹਾਂ ਧਿਰਾਂ ਤੇ ਵਕੀਲਾਂ ਵਿੱਚ ਬਹਿਸ ਤੋਂ ਬਾਅਦ ਅਦਾਲਤ ਵੱਲੋਂ ਪਟੀਸ਼ਨ ਨੂੰ ਖਾਰਜ ਕਰਕੇ ਦਿੱਤਾ ਗਿਆ। ਸੋਸ਼ਲਿਸਟ ਪਾਰਟੀ ਦੇ ਲੀਡਰਾਂ ਨੇ 20-22 ਸਾਲ ਪਹਿਲਾਂ ਲੜਾਈ ਸ਼ੁਰੂ ਕੀਤੀ ਸੀ। 2009 ਤੋਂ ਮੁਕੱਦਮਾ ਕੀਤਾ ਹੈ ਹੁਸ਼ਿਆਰਪੁਰ। ਇਹ 34 ਸਾਲ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਦਾ ਫਰਾਡ ਪਕੜਿਆ। ਪਹਿਲੇ 10 ਸਾਲ ਤੋਂ ਪਹਿਲਾਂ ਹੋਰ ਵੀ ਕਈਆਂ ਨੇ ਸ਼ਿਕਾਇਤਾਂ ਕੀਤੀਆਂ। ਭਾਰਤ ਦੇ ਚੋਣ ਕਮਿਸ਼ਨ ਨੇ ਉੱਤੇ ਕੋਈ ਗੌਰ ਨਹੀਂ ਕੀਤਾ। ਫਿਰ 7-8 ਸਾਲ ਅਸੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਪਟੀਸ਼ਨਾਂ ਪਾਈਆਂ, ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀਆਂ ਲਿਖੀਆਂ। ਉਹਨੇ ਜਵਾਬ ਕਿਹਾ, ਰਾਸ਼ਟਰਪਤੀ ਨੇ, ਭਈ ਤੁਸੀਂ ਭਾਈ ਇਹਨਾਂ ਦਾ ਫੈਸਲਾ ਕਰੋ। ਇਹਨਾਂ ਨੇ ਫੇਰ ਨਹੀਂ ਕੀਤਾ। ਫਿਰ ਮੈਂ ਪ੍ਰਸ਼ਾਂਤ ਭੂਸ਼ਣ ਕੋ ਗਿਆ, ਜਿਹੜਾ ਕਿ ਭਾਰਤ ਦੇ ਬਹੁਤ ਉੱਚ ਕੋਟੀ ਦੇ ਮੇਰੇ ਦੋਸਤ ਆ। ਸੁਪਰੀਮ ਕੋਰਟ ਗਏ ਵੀ ਇਹਨਾਂ ਨੇ 1999 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ
2 ਵਿਧਾਨ ਕਰ ਲਏ, 1974 ਵਾਲਾ ਛਪਾ ਲਿਆ ਔਰ ਝੂਠਾ ਹਲਫਨਾਮਾ ਦੇ ਕੇ ਮਾਨਤਾ ਲੈ ਲਈ ਔਰ 3 ਵਾਰੀ ਮੁੱਖ ਮੰਤਰੀ ਗੈਰ ਕਾਨੂੰਨੀ ਤੌਰ ਤੇ ਬਣਿਆ। 15 ਬਜਟ, ਇੱਕ ਬਜਟ ਕਿੰਨੇ ਕਰੋੜ ਦਾ ਹੁੰਦਾ, ਔਰ ਚੇਅਰਮੈਨ ਜਾਂ MLA-ਸ਼ਿਪ ਵੰਡ ਕੇ ਰਾਜ ਕਰ ਗਿਆ। ਇਹ ਸਾਰਾ ਗੈਰ ਕਾਨੂੰਨੀ ਆ। ਸੁਪਰੀਮ ਕੋਰਟ ਕਹਿਣ ਲੱਗੀ ਭਾਈ ਤੁਸੀਂ ਇਹ ਮਾਮਲਾ ਥੱਲੇਲੀ ਅਦਾਲਤ ਲਿਜਾਓ। ਅਸੀਂ ਫਿਰ ਪ੍ਰਸ਼ਾਂਤ ਭੂਸ਼ਣ ਹੋਣਾ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਚਿੱਠੀ ਲਿਖੀ ਤੇ ਉਹਨੇ ਜਵਾਬ ਦਿੱਤਾ ਵੀ ਸਾਡੇ ਵੱਸ 'ਚ ਨਹੀਂ ਇਹ ਮਾਮਲਾ, ਤੁਸੀਂ ਹਾਈ ਕੋਰਟ ਜਾਓ। ਫਿਰ 2010 ਤੋਂ ਅਸੀਂ ਦਿੱਲੀ ਹਾਈ ਕੋਰਟ 'ਚ ਆ ਜਿਹੜਾ ਇਹਨਾਂ ਨੇ ਧੋਖਾਧੜੀ, ਫਰੌਡ, ਜਾਲਸਾਜ਼ੀ ਕੀਤੀ ਸੀ, ਇਹ 2009 'ਚ ਹੁਸ਼ਿਆਰਪੁਰ ਵਿੱਚ ਸ਼ੁਰੂ ਕਰਵਾਇਆ ਸੀ। ਤੇ 3 ਸਾਲ ਪਹਿਲਾਂ ਸਾਡੇ ਇਸ ਜੱਜ ਨੇ, ਬੀਬੀ ਦਾ ਨਾਂ ਕੀ ਸੀ, ਮੋਨਿਕਾ ਸ਼ਰਮਾ ਨੇ 23 ਸਫ਼ੇ ਦਾ ਸਾਡੇ ਹੱਥ ਵਿੱਚ ਫੈਸਲਾ ਦਿੱਤਾ। ਕਹਿੰਦੇ ਪ੍ਰਾਈਮਾ ਫੇਸੀ ਇਹ ਤਿੰਨੇ ਹੀ ਦੋਸ਼ੀ ਆ, ਪਹਿਲੀ ਨਜ਼ਰ ਇਹੋ ਦੋਸ਼ੀ ਆ। ਇਹ ਫਿਰ ਪੰਜਾਬ ਹਰਿਆਣਾ ਹਾਈ ਕੋਰਟ 'ਚ ਗਏ। ਉਹਨਾਂ ਨੇ ਵੀ ਜੱਜ ਸੰਧਾ ਵਾਲੀਆ ਨੇ ਕਿਹਾ ਓਏ ਤੁਸੀਂ ਪ੍ਰਾਈਮਾ ਫੇਸੀ ਦੋਸ਼ੀ ਆ, ਜਾ ਕੇ ਪੇਸ਼ ਹੋਵੋ ਅਦਾਲਤ ਵਿੱਚ। ਫਿਰ ਇਹਨਾਂ ਦੇ ਉਦੋਂ ਦੇ ਬਾਅਦ ਆਉਣਾ ਸ਼ੁਰੂ ਹੋਇਆ ਔਰ ਤਰੀਕਾਂ ਭੁਗਤ ਰਹੇ ਆ, ਜ਼ਮਾਨਤਾਂ ਕਰਾ ਲਈਆਂ। ਹੁਣ ਇਹਨਾਂ ਵੱਲੋਂ ਘਨੌਰ ਵਿਖੇ 3 ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਅਫੀਮ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਸ ਵਿੱਚ ਥਾਣਾ ਖੇੜੀ ਗੰਡਿਆਂ ਪੁਲਿਸ ਨੇ 2 ਕਿਲੋ 600 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਗੁਰਪ੍ਰੀਤ ਸਿੰਘ ਵਾਸੀ ਭਲੀਪੀਤ ਯੂਪੀ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ 200 ਗ੍ਰਾਮ ਅਫੀਮ ਸਮੇਤ ਸੁਨੀਲ ਕੁਮਾਰ ਵਾਸੀ ਨੀਲਪੁਰ ਰਾਜਪੁਰਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮਾਨਯੋਗ SSP ਸਾਹਿਬ ਸ਼੍ਰੀ ਦੀਪ ਕੁਮਾਰ ਜੀ IPS ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਗੈਰ ਕਾਨੂੰਨੀ ਕੰਮ ਕਰਨ ਵਾਲੇ ਦੇ ਖਿਲਾਫ ਅਤੇ ਨਸ਼ਾ ਵਿਰੋਧੀ ਮੁਹਿੰਮ ਜੋ ਚਲਾਈ ਗਈ ਸੀ, ਥਾਣਾ ਘਨੌਰ ਅਤੇ ਥਾਣਾ ਖੇੜੀ ਗੰਡਿਆਂ ਦੇ ਵਿੱਚ ਵੱਖ-ਵੱਖ ਪੈਟਰੋਲਿੰਗ ਪਾਰਟੀਆਂ ਤੇ ਨਾਕਾਬੰਦੀ ਕੀਤੀ ਗਈ ਸੀ ਤਾਂ ਜੋ ਨਸ਼ਾ ਸਮਗਲਰਾਂ ਦੇ ਖਿਲਾਫ ਜਿਹੜਾ ਮੁਹਿੰਮ ਹੈ ਇਹਨੂੰ ਹੋਰ ਜ਼ੋਰਦਾਰ ਤਰੀਕੇ ਨਾਲ ਚਲਾਇਆ ਜਾ ਸਕੇ। ਜਿਸ ਤੇ ਬੀਤੇ ਦਿਨੀ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆਂ ਨੇ ਕਨਾਲ ਬ੍ਰਿਜ ਖੇੜੀ ਗੰਡਿਆਂ ਦੇ ਕੋਲੇ ਨਾਕਾਬੰਦੀ ਕੀਤੀ ਹੋਈ ਸੀ, ਜਿਨ੍ਹਾਂ ਦੁਆਰਾ ਗੁਰਪ੍ਰੀਤ ਸਿੰਘ ਵਾਸੀ ਪੂਰਨਪੁਰ ਪੀਲੀਭੀਤ ਯੂਪੀ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋਂ 2 ਕਿਲੋ 700 ਗ੍ਰਾਮ ਫੀਮ ਬਰਾਮਦ ਕੀਤੀ ਗਈ, ਜੋ NDPS ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਥਾਣਾ ਘਨੌਰ ਦੁਆਰਾ ਵੀ ਆਪਣੇ ਏਰੀਏ ਵਿੱਚ ਵੱਖ-ਵੱਖ ਨਾਕਾਬੰਦੀਆਂ ਤੇ ਗਸ਼ਤ ਪਾਰਟੀਆਂ ਭੇਜੀਆਂ ਗਈਆਂ ਸਨ, ਜਿਸ ਵਿੱਚ ਮੁੱਖ ਅਫਸਰ ਇੰਸਪੈਕਟਰ ਸਾਹਿਬ ਸਿੰਘ ਥਾਣਾ ਘਨੌਰ ਦੀ ਪੁਲਿਸ ਪਾਰਟੀ ਦੇ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਦੁਆਰਾ ਇੱਕ ਮੋਇਨ ਰਾਜਾ ਵਾਸੀ ਪੀਲੀਭੀਤ ਡਿਸਟ੍ਰਿਕਟ ਦਾ ਜਿਹੜਾ ਹੈਗਾ ਯੂਪੀ ਦਾ ਰਹਿਣ ਵਾਲਾ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕਬਜ਼ੇ ਵਿੱਚੋਂ ਵੀ 2 ਕਿਲੋ 600 ਗ੍ਰਾਮ ਫੀਮ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਇੱਕ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਜੋ ਨੀਲਪੁਰ ਥਾਣਾ ਸਿਟੀ ਰਾਜਪੁਰਾ ਦਾ ਰਹਿਣ ਵਾਲਾ ਹੈ, ਉਸ ਨੂੰ ਵੀ 200 ਗ੍ਰਾਮ ਫੀਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ, ਜੋ ਤਿੰਨੇ ਦੋਸ਼ੀਆਂ ਦੇ ਖਿਲਾਫ NDPS ਐਕਟ ਤਹਿਤ 3 ਮੁਕੱਦਮੇ ਦਰਜ ਕੀਤੇ ਗਏ ਨੇ, ਜੋ ਇਹ ਤਿੰਨੇ ਦੋਸ਼ੀਆਂ ਪਾਸੋਂ ਕੁੱਲ 505 ਕਿਲੋ 500 ਗ੍ਰਾਮ ਫੀਮ ਬਰਾਮਦ ਕੀਤੀ ਗਈ ਹੈ। ਇਹਨਾਂ ਦੀ ਪੁੱਛਗਿੱਛ ਜਾਰੀ ਹੈ। ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਜਿਹੜਾ ਤਫਤੀਸ਼ ਕੀਤੀ ਜਾਵੇਗੀ ਅਤੇ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਉਹਨਾਂ ਦਾ ਜੀਵਨ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸੇ ਮੰਤਵ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਫਸਲਾਂ ਦੀ ਰਹਿੰਦ-ਖੂੰਹਦ ਅਤੇ ਸੁਚੱਜੀ ਵਰਤੋਂ ਅਤੇ ਵੱਖ-ਵੱਖ ਫਸਲਾਂ ਬਾਰੇ ਨਵੀਨਤਮ ਤਕਨਾਲੋਜੀ ਦੀ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਜ਼ਿਲ੍ਹਾ SS ਨਗਰ ਵਿਖੇ ਕੁਲਜੀਤ ਸਿੰਘ ਰੰਧਾਵਾ ਹਲਕਾ ਵਿਧਾਇਕ ਡੇਰਾਬੱਸੀ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਅੱਜ ਜਿਹੜਾ ਕਿਸਾਨ ਮੇਲਾ ਲਾਇਆ, ਕਿਸਾਨ ਜਿਹੜੀ ਸਾਡੀ ਮੇਨ ਧੁਰਾ ਜਿਹੜਾ ਪੰਜਾਬ ਦਾ, ਪੰਜਾਬ ਦੇ ਕਿਸਾਨਾਂ ਨੇ ਹੀ ਅੱਜ ਭਾਰਤ ਨੂੰ ਅਨਾਜ ਦਿੱਤਾ। ਅੱਜ ਜਿਹੜੀ ਕਿਸਾਨ ਜਿਹੜੀ ਸਾਡੀ ਪੰਜਾਬ ਦਾ ਢਾਂਚਾ ਜਿਹਨੇ ਬਣਾਇਆ, ਇਹ ਸਾਰੀ ਆਰਗੇਨਾਈਜੇਸ਼ਨ ਜਿਹੜੀ ਕਿਸਾਨਾਂ ਨਾਲ ਜੁੜੀ ਹੋਈ ਹੈ। ਇੱਕ ਉਪਰਾਲਾ ਕੀਤਾ ਇਹਨਾਂ ਨੇ ਕਿਸਾਨਾਂ ਨੇ ਔਰ ਕਿਸਾਨਾਂ ਦੇ ਨਾਲ ਸਰਕਾਰੀਆਂ ਏਜੰਸੀਆਂ ਨੇ। ਅੱਜ ਮੇਨ ਮੋਟਿਵ ਤਾਂ ਇਹਦਾ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਜਿਵੇਂ ਪਰਾਲੀ ਸਾੜਨ ਦੀਆਂ ਗੱਲਾਂ ਹੁੰਦੀਆਂ,
ਮੈਂ ਖੁਦ ਆਪ ਕਿਸਾਨ ਦਾ ਪੁੱਤ ਹਾਂ, ਮੇਰੀ ਆਪਣੀ 60-70 ਕਿੱਲੇ ਜ਼ਮੀਨ ਹੈ, ਬਾਕਰਪੁਰ ਦਾ ਰਹਿਣ ਵਾਲਾ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜਿਹੜਾ ਆਲੂ, ਸਬਜ਼ੀਆਂ, ਮੂਲੀ, ਧਨੀਆ, ਪਿਆਜ਼ ਇਹ ਤਾਂ ਹੀ ਲਾਏ ਜਾ ਸਕਦੇ ਨੇ ਜੇ ਪਰਾਲੀ ਖੇਤ 'ਚੋਂ ਸਾਰੀ ਕਲੀਅਰ ਹੋ ਜਾਏ। ਲੇਕਿਨ ਅੱਜ ਮੇਰੇ ਵਾਸਤੇ ਬੜੀ ਖੁਸ਼ ਨਸੀਬੀ ਹੈ ਮੇਰੀ ਕਿ ਮੇਰੇ ਡੇਰਾ ਬਸੇ ਹਲਕੇ 'ਚ ਨਾਚੀ ਕੀਤਾ ਤੇ ਗਲਾੜੂ ਇਹੋ ਜਿਹੇ ਯੂਨਿਟ ਸਾਡੇ ਫੈਕਟਰੀਆਂ ਲੱਗੇ ਜਿਹੜੇ ਪਰਾਲੀ ਖਰੀਦ ਰਹੀਆਂ। ਮੇਰੇ ਹਲਕੇ 'ਚ ਆ ਕੇ ਦੇਖੋ, ਜਿੰਨੇ ਕੁ ਲੋਕਾਂ ਨੇ ਜੀਰੀ ਕੱਟੀ ਸੀਗੀ ਉਹ ਸਾਰੇ ਬੰਡਲ ਬਣਾ ਕੇ ਲੋਕ ਆਪਣੇ ਆਲੂ ਲਾਈ ਜਾਂਦੇ, ਖੇਤ ਤਿਆਰ ਕਰੀ ਜਾਂਦੇ ਨੇ। ਸਾਨੂੰ ਥੋੜ੍ਹਾ ਜਿਹਾ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ, ਸੰਯਮ ਤੋਂ ਕੰਮ ਲੈਣਾ ਚਾਹੀਦਾ। ਸਰਕਾਰ ਚਿੰਤਤ ਹੈ, ਭਗਵੰਤ ਮਾਨ ਹੋਰੀ ਚਿੰਤਤ ਹੈ, ਔਰ ਪੰਜਾਬ ਦੀ ਜਿਹੜੀ ਪਰਾਲੀ ਹੈ, ਅਸੀਂ ਪਰਾਲੀ ਤੋਂ ਫਾਇਦਾ ਲੈਣਾ। ਅਸੀਂ ਪਰਾਲੀ ਨੂੰ ਐਵੇਂ ਵੇਸਟ ਕਿਉਂ ਕਰੀਏ? ਜਾਂ ਤਾਂ ਪਰਾਲੀ ਨੂੰ ਵੱਢ ਟੁੱਕ ਕੇ ਖੇਤ ਦੇ ਵਿੱਚ ਮਿਲਾਇਆ ਜਾਏ, ਉਹਦੀ ਖਾਦ ਬਣਾਈ ਜਾਏ। ਜਿਹੜੇ ਮਿੱਤਰ ਕੀੜੇ ਆ ਅਸੀਂ ਉਹਨਾਂ ਨੂੰ ਆਪ ਤਬਾਹ ਕਰਨੇ, ਅੱਗ ਲਾ ਕੇ। ਕਿਉਂ? ਮੈਂ ਕਿਸਾਨ ਪੁੱਤ ਹਾਂ, ਮੈਂ ਦੇਖਿਆ ਕਿ ਅੱਜ ਮੇਰੇ ਖੇਤ ਦੇ ਵਿੱਚ ਲਗਾਤਾਰ ਪਿਛਲੇ 4-5 ਸਾਲਾਂ ਤੋਂ ਮੈਂ ਜੀਰੀ ਦੀ ਪਰਾਲੀ ਨੂੰ ਕਦੀ ਸਾੜਿਆ ਨਹੀਂ ਹੈਗਾ। ਮੈਂ ਭਾਵੇਂ ਠੇਕੇ 'ਤੇ ਵੀ ਦੇਵਾਂ, ਲੇਕਿਨ ਉਹ ਜਿਹੜੀ ਵਿੱਚ ਆਪਾਂ ਪਰਾਲੀ ਮਿਕਸ ਕਰਦੇ ਹਾਂ, ਆਮ ਮੇਰੇ ਨਾਲ ਗੁਆਂਢ 'ਚ 20-22 ਕੁਇੰਟਲ ਝਾੜ ਹੁੰਦਾ, ਮੇਰਾ 32 ਕੁਇੰਟਲ ਮੇਰੇ ਕਿੱਲੇ ਦੇ ਵਿੱਚੋਂ ਝਾੜ ਜੀਰੀ ਦਾ ਨਿਕਲਿਆ। ਉਹਦਾ ਕਾਰਨ ਕੀ ਹੈ ਕਿ ਅਸੀਂ ਜ਼ਮੀਨ ਨੂੰ ਅੱਗ ਨਹੀਂ ਲਾਉਂਦੇ। ਇਹ ਅੱਗ ਲਾਉਣਾ ਕੰਮ ਦੂਜਿਆਂ ਦਾ ਸੀਗਾ, ਉਹ ਚਲੇ ਗਏ ਪੰਜਾਬ ਨੂੰ ਛੱਡ ਕੇ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਦਾ ਮੁੱਖ ਮੰਤਰੀ ਹੈ। ਸਾਡਾ ਕੰਮ ਹੈ ਅੱਗ ਨੂੰ ਬੁਝਾਉਣਾ, ਸ਼ਾਂਤ ਕਰਨਾ। ਜੇ ਅੱਗ ਨਹੀਂ ਲਾਵਾਂਗੇ ਪੰਜਾਬ ਨੂੰ ਫਾਇਦਾ ਹੋਊਗਾ, ਪੰਜਾਬ ਦੇ ਕਿਸਾਨਾਂ ਨੂੰ। ਤਰਨਤਾਰਨ ਨਗਰ ਕੌਂਸਲ ਵਿੱਚ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣਿਆ ਪਿਆ ਹੈ ਕਿਉਂਕਿ ਨਗਰ ਕੌਂਸਲ ਦੇ ਹੈਂਡੀਕੈਪਟ ਮੁਲਾਜ਼ਮਾਂ ਨੇ ਉਹਨਾਂ ਨੂੰ ਨੌਕਰੀ ਤੋਂ ਕੱਢੇ ਜਾਣ ਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਪੰਨੂ ਤੇ ਗੰਭੀਰ ਆਰੋਪ ਲਗਾਏ ਹਨ ਅਤੇ ਇਹ ਵੀ ਕਿਹਾ ਗਿਆ ਕਿ ਸ਼ਹਿਰੀ ਪ੍ਰਧਾਨ ਨੇ ਜਾਣਬੁੱਝ ਕੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਹੈ। ਉਹਨਾਂ ਦੱਸਿਆ ਕਿ ਉਹ ਪਿਛਲੇ 1 ਸਾਲ ਤੋਂ ਨਗਰ ਕੌਂਸਲ ਵਿੱਚ ਨੌਕਰੀ ਕਰ ਰਹੇ ਹਨ ਅਤੇ ਉਹਨਾਂ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖਾਹ ਵੀ ਨਹੀਂ ਮਿਲੀ। ਸਰ, ਇਸ ਤਰ੍ਹਾਂ ਹੈ ਕਿ ਅਸੀਂ 1 ਸਾਲ ਤੋਂ ਇੱਥੇ ਜੌਬ ਕਰ ਰਹੇ ਹਾਂ ਤੇ ਸਾਡੇ ਘਰ ਦੇ ਵਿੱਚ ਮੇਰੇ ਕੋਈ ਵੀ ਨਹੀਂ ਹੈਗਾ। ਮੈਂ ਬਹੁਤ ਪੜ੍ਹੀ ਲਿਖੀ ਹਾਂ। ਘਰ ਦੇ ਵਿੱਚ ਸਿਰਫ ਮੇਰੇ ਇੱਕ ਮਦਰ ਆ ਤੇ ਮਤਲਬ ਸਾਰੀ ਹੀ ਰਿਸਪੌਂਸਿਬਿਲਟੀ ਘਰ ਦੀ ਮੇਰੇ ਤੇ ਆ। ਮੈਂ ਖੁਦ ਇੱਕ ਅਪਾਹਜ ਆ। ਅਪਾਹਜ ਹੋਣ ਦੇ ਬਾਵਜੂਦ ਮੈਂ ਕਦੀ ਆਪਣੇ ਆਪ ਨੂੰ ਅਪਾਹਜ ਨਹੀਂ ਮੰਨਿਆ ਔਰ ਮੇਰਾ ਮਕਸਦ ਹੀ ਇਹੀ ਆ ਵੀ ਆਪਣੀ ਰੋਜੀ ਰੋਟੀ ਕਮਾਉਣੀ, ਆਪਣਾ ਕੰਮ ਕਰਨਾ, ਕਿਸੇ ਕੋਲ ਲੈ ਕੇ ਨਹੀਂ ਖਾਣਾ। ਔਰ ਅੱਜ ਕੀ ਹੋਇਆ, ਪਿਛਲੇ 1 ਸਾਲ ਤੋਂ ਅਸੀਂ ਜੌਬ ਕਰ ਰਹੇ ਹਾਂ ਔਰ ਸਾਨੂੰ ਪਿਛਲੇ 5 ਮਹੀਨੇ ਤੋਂ ਤਨਖਾਹ ਵੀ ਨਹੀਂ ਦਿੱਤੀ ਗਈ। ਔਰ ਕੁਲਵੰਤ ਸਿੰਘ ਪੰਨੂ SDM ਸਰ ਇਹਨਾਂ ਵੱਲੋਂ ਸਾਨੂੰ ਆ ਕੇ ਕਿਹਾ ਗਿਆ ਕਿ ਤੁਸੀਂ ਸੋਮਵਾਰ ਤੋਂ ਨੌਕਰੀ ਤੇ ਨਹੀਂ ਆਉਣਾ। ਕੋਈ ਵੀ ਸਾਨੂੰ ਰਿਟਰਨ 'ਚ ਨਹੀਂ ਦਿੱਤਾ ਗਿਆ। ਉੱਤੋਂ 5 ਮਹੀਨੇ ਦੀਆਂ ਸਾਡੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ। ਔਰ ਸਰ, ਅਸੀਂ CM ਭਗਵੰਤ ਮਾਨ ਨੂੰ ਮੈਂ ਸਪੈਸ਼ਲੀ ਬੇਨਤੀ ਕਰਦੀ ਹਾਂ ਕਿ ਤੁਹਾਡੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਵੀ ਘਰ ਘਰ ਰੁਜ਼ਗਾਰ ਹੋਣਗੇ, ਬੱਚਿਆਂ ਨੂੰ ਰੁਜ਼ਗਾਰ ਦਿੱਤੇ ਜਾਣਗੇ। ਜੇ ਅਸੀਂ ਬੇਸਹਾਰਾ ਅੱਜ ਜੋ ਮੈਂ ਅਪਾਹਜ ਹਾਂ, ਅੱਜ ਘਰ ਜਾ ਕੇ ਬੈਠ ਜਾਂਦੀ ਹਾਂ, ਮੈਂ ਕੀ ਆਪਣੀ ਮਾਂ ਨੂੰ ਖਵਾਵਾਂਗੀ, ਕੀ ਦੱਸਾਂਗੀ ਕਿ ਮੈਂ ਉਹਦੇ ਲਈ ਕੀ ਕਰ ਰਹੀ ਹਾਂ। ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੀ, ਮੇਰੇ ਘਰ ਦੇ ਹਾਲਾਤ ਦੇਖਦੇ ਹੋਏ ਮੇਰੇ ਸਿਰ ਤੇ ਕਿਸੇ ਦਾ ਆਸਰਾ ਨਹੀਂ ਹੈਗਾ। ਮੈਂ ਖੁਦ ਹਿੰਮਤ ਕਰ ਰਹੀ ਹਾਂ, ਕਮਾਈ ਕਰ ਰਹੀ ਹਾਂ, ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰ ਰਹੀ ਹਾਂ ਔਰ ਮੈਨੂੰ ਇਸ ਨੌਕਰੀ ਤੋਂ ਨਾ ਕੱਢਿਆ ਜਾਵੇ। ਮੈਨੂੰ ਤਰਸ ਦੇ ਆਧਾਰ ਤੇ ਇੱਥੇ ਪੱਕਿਆਂ ਕੀਤਾ ਜਾਵੇ ਕਿਉਂਕਿ ਮੇਰੀ ਰੀੜ੍ਹ ਦੀ ਹੱਡੀ ਟੁੱਟੀ ਹੋਣ ਦੇ ਬਾਵਜੂਦ ਵੀ ਮੈਂ ਨਗਰ ਕੌਂਸਲ ਆ ਕੇ ਆਪਣੀ ਜੌਬ ਕਰ ਰਹੀ ਹਾਂ। ਕਿਸੇ ਤਰ੍ਹਾਂ ਦਾ ਸਾਡੇ ਤੇ ਕੋਈ ਉਹ ਮਿਸਬਿਹੇਵ ਵਾਲਾ ਕੋਈ ਵੀ ਹੈ ਨਹੀਂ ਆ। ਪਰ ਸਾਨੂੰ ਬਿਨਾਂ ਕਿਸੇ ਗੱਲ ਤੋਂ ਅੱਜ ਕਿਹਾ ਗਿਆ ਤੁਸੀਂ ਨਹੀਂ ਆਉਣਾ। ਅਸੀਂ ਗੁਹਾਰ ਲਾਈ, MLA ਸਰ ਨੂੰ ਵੀ ਕਿਹਾ ਕਿ ਜੇ ਅਸੀਂ ਅਪਾਹਜ ਆ, ਮੈਡਮ ਜਿਵੇਂ ਸੁਖਜੀਤ ਕੌਰ ਨੇ ਉਹ ਵੀ ਹੈਂਡੀਕੈਪ ਨੇ, ਸਿਰਫ ਅਸੀਂ 2 ਜਾਣੀਆਂ ਹੈਂਡੀਕੈਪ ਨੇ। ਅਸੀਂ ਕਿਹਾ ਸਾਨੂੰ ਹੈਂਡੀਕੈਪ ਕੋਟੇ ਦੇ ਵਿੱਚ ਰੱਖਿਆ ਜਾਵੇ। ਸਾਡੀ CM ਭਗਵੰਤ ਮਾਨ ਨੂੰ ਇਹੀ ਬੇਨਤੀ ਆ ਕਿ ਸਾਡੀ ਰਿਕੁਐਸਟ ਸੁਣੀ ਜਾਵੇ, ਸਾਨੂੰ ਕੰਮ ਤੋਂ ਇਨਕਾਰ ਨਾ ਕੀਤਾ ਜਾਵੇ ਕਿਉਂਕਿ ਸਾਡਾ ਜਿਹੜਾ ਚੁੱਲ੍ਹਾ ਚੌਂਕਾ ਆ ਉਹ ਸਾਡੀ ਨੌਕਰੀ ਸਿਰ ਤੇ ਹੀ ਹੈਗਾ ਆ। ਕਿ MLA ਨੇ ਕੁਲਵੰਤ ਸਿੰਘ ਪੰਨੂ ਪ੍ਰਧਾਨ ਬਣਾਇਆ ਹੈ ਨਾ, ਉਹ ਸਾਡੇ ਨਾਲ ਬਹੁਤ ਧੱਕੇਸ਼ਾਹੀ ਕਰ ਰਿਹਾ ਹੈ। ਉਹ ਇੱਥੋਂ ਤੱਕ ਕਿ ਉਹ ਕਹਿੰਦਾ ਕਿ ਜਿਹੜੀਆਂ ਜਨਾਨੀਆਂ ਮੇਰੀ ਗੱਲ ਦੇ ਨਾਲ ਸਹਿਮਤ ਹੋਣਗੀਆਂ ਉਹ ਉਹਨਾਂ ਨੂੰ ਮੈਂ ਇੱਥੇ ਰੱਖਣਾ ਵਾ, ਜਿਹੜੀਆਂ ਜਨਾਨੀਆਂ ਮੇਰੀ ਗੱਲ ਦੇ ਨਾਲ ਨਹੀਂ ਸਹਿਮਤ ਹੋਣਗੀਆਂ ਮੈਂ ਉਹਨਾਂ ਨੂੰ ਇੱਥੇ ਨਹੀਂ ਰੱਖਣਾ। ਸਾਡੇ ਨਾਲ ਸਿਰਫ ਕੁਲਵੰਤ ਸਿੰਘ ਪੰਨੂ ਤੇ SDM ਸਰੀ ਧੱਕਾ ਕਰ ਰਿਹਾ, ਕਰਵਾ ਕੁਲਵੰਤ ਸਿੰਘ ਪੰਨੂ ਰਿਹਾ ਹੈ ਤੇ ਪਰ ਇਹਨਾਂ ਨੂੰ ਅਸੀਂ ਨਵੇਂ ਬੰਦੇ ਵੀ ਨਹੀਂ ਰੱਖਣ ਦੇਣੇ। ਜੇ ਨਵੇਂ ਬੰਦੇ ਰੱਖਣਗੇ ਤੇ ਅਸੀਂ ਇੱਥੇ ਧਰਨਾ ਲਾ ਕੇ ਬਵਾਂਗੇ। ਅਸੀਂ ਇੱਥੇ ਆਪਣਾ ਹੱਕ ਲੈ ਕੇ ਫੇਰ ਇੱਥੋਂ ਲਾ, ਸਾਨੂੰ 5-5 ਮਹੀਨੇ ਦੀ ਤਨਖਾਹ ਵੀ ਨਹੀਂ ਦੇ ਰਹੇ। 2 ਰੱਖੇ ਗਏ ਸੀਗੇ ਬੰਦੇ, ਪਿਛਲੀ ਸਰਕਾਰ ਵਾਲੇ ਜਿਹੜੇ ਕੋਈ ਬੰਦੇ ਲੱਗੇ ਸੀਗੇ ਉਹਨਾਂ ਦੇ ਡਿਊਰੇਸ਼ਨ 'ਚ ਇਲੈਕਸ਼ਨ 'ਚ ਕੁਝ ਬੰਦੇ ਨਵੇਂ ਹੀ ਵਿੱਚ ਪਾਏ ਗਏ ਸੀਗੇ ਜਿਹੜੇ ਪੁਰਾਣੇ ਕੰਮ ਨਹੀਂ ਕਰਦੇ ਸੀਗੇ। ਇੱਥੇ ਸਾਡੇ ਕੋਲ ਜਿੰਨੀਆਂ 12-13 ਪੋਸਟ ਹੈਗੀਆਂ ਸੀ ਉਹਦੇ ਅਗੇਂਸਟ ਤਾਂ ਪੁਰਾਣੇ ਬੰਦੇ ਕੰਮ ਕਰਦੇ ਸੀਗੇ। ਦਫ਼ਤਰ ਦੇ ਵਿੱਚ ਸਫਾਈ ਸੇਵਕਾਂ ਦੇ ਤੌਰ ਤੇ ਕਈ ਬੰਦੇ ਇੱਥੇ ਬਿਠਾਏ ਗਏ ਸੀਗੇ। ਉਹਨਾਂ ਨੂੰ ਅਸੀਂ ਇਹ ਕਿਹਾ ਵੀ ਜਿੱਥੇ ਤੁਹਾਡੀ ਪੋਸਟ ਹੈਗੀ ਉੱਥੇ ਜਾ ਕੇ ਕੰਮ ਕਰੋ। ਤੇ ਕੁਝ ਬੰਦੇ ਜਿਹੜੇ ਹੈਗੇ ਆ ਬਗੈਰ ਟੈਂਡਰ ਤੋਂ ਆਏ ਹੋਏ ਸੀਗੇ,
ਉਹ 'ਚ 36 ਬੰਦੇ ਸੀਗੇ ਜਿਹੜੇ ਐਸਡੀਐਮ ਸਾਹਿਬ ਨੇ ਮਈ ਮਹੀਨੇ 'ਚ ਕਿਤੇ ਕੱਢੇ ਸੀਗੇ। ਮੇਰੀ ਤਾਂ ਵੈਸੇ ਜੁਆਇਨਿੰਗ ਅੱਜ ਤੋਂ 10 ਕੁ ਦਿਨ ਦੀ ਹੋਈ ਹੈ ਤੇ ਐਸਡੀਐਮ ਸਾਹਿਬ ਇੱਥੇ ਆਏ ਸੀਗੇ, ਉਹਨਾਂ 36 ਬੰਦਿਆਂ ਦੀ ਲਿਸਟ ਉਹ ਕੱਢ ਦਿੱਤੀ ਸੀਗੀ ਵੀ ਇਹ ਬੰਦੇ ਪਹਿਲਾਂ ਹੀ ਕੱਢੇ ਜਾ ਚੁੱਕੇ, ਇਹ ਦੁਬਾਰਾ ਨਾ ਇੱਥੇ ਰਹਿਣ। ਇਹਨਾਂ ਨੂੰ ਬਾਅਦ 'ਚ ਲਿਸਟਮੈਂਟ ਕਰਕੇ ਬੁਲਾ ਕੇ ਉਦੋਂ ਕਹਿਤਾ ਹੈਗਾ ਕਿ ਜੋ ਤੁਸੀਂ ਕੰਮ ਕਰ ਚੁੱਕੇ ਉਹਦੀ ਤੁਹਾਨੂੰ ਤਨਖਾਹ ਮਿਲ ਜੇਗੀ, ਬਾਕੀ ਗਾਂ ਤੁਹਾਡੇ ਕੋਲ ਸਾਡੇ ਕੋਲ ਪੋਸਟ ਨਹੀਂ ਹੈਗੀ, ਅਸੀਂ ਨਹੀਂ ਰੱਖ ਸਕਦੇ। ਦੇਖੋ ਜਿਨ੍ਹਾਂ ਨੂੰ ਵੀ ਨੌਕਰੀ ਤੋਂ ਕੱਢਿਆ ਗਿਆ ਵਾ, ਪੰਨੂ ਸਾਹਿਬ ਤੇ ਇੱਕ ਪ੍ਰਾਈਵੇਟ ਬੰਦੇ ਆ, ਪ੍ਰਾਈਵੇਟ ਬੰਦਾ ਇਹਨਾਂ ਨੂੰ ਕੋਈ ਕੱਢ ਨਹੀਂ ਸਕਦਾ। ਇਹ ਕੁਝ ਦਿਨ ਪਹਿਲੋਂ ਜਿਹੜੇ ਆ ਐਸਡੀਐਮ ਸਾਹਿਬ ਨੇ ਹੁਕਮ ਕੀਤੇ ਸੀ ਇਹਨਾਂ ਨੂੰ ਕੱਢਣ ਵਾਸਤੇ। ਇਸ ਤਰ੍ਹਾਂ ਦੱਸਦੇ ਆ, ਸਾਡੇ ਆਉਣ ਤੋਂ ਪਹਿਲੋਂ ਦੀ ਗੱਲ ਆ ਵੀ ਇਲੈਕਸ਼ਨ ਦੇ ਟਾਈਮ ਤੇ ਇਹ ਜਿਹੜੇ ਆ ਮੁਲਾਜ਼ਮ ਹੀ ਇਹ ਵਿੱਚ ਵਾੜੇ ਸੀ ਪਿਛਲੀ ਸਰਕਾਰ। ਹੁਣ ਫੰਡ ਹੈਗੇ ਨਹੀਂ ਤਨਖਾਹਾਂ ਦੇਣ ਲਈ, ਕਮੇਟੀ ਘਰ ਦੇ ਕੋਲ ਪੈਸਾ ਨਹੀਂ। ਹੁਣ ਐਸਡੀਐਮ ਸਾਹਿਬ ਨੇ ਇਹ ਵਿਚਾਰ ਰੱਖ ਕੇ ਈਓ ਸਾਹਿਬ ਹੋਣਾ ਦੇ ਨਾਲ ਸਲਾਹ ਕਰਕੇ ਫਿਰ ਉਹਨਾਂ ਨੇ ਜਿਹੜੇ ਆ ਇਹ 36 ਮੁਲਾਜ਼ਮ ਕੱਢੇ। ਪੰਜਾਬ ਅੰਦਰ ਨਸ਼ਿਆਂ ਨਾਲ ਬਰਬਾਦੀ ਜਾਰੀ ਹੈ। ਸਮਰਾਲਾ ਵਿਖੇ ਨਸ਼ੇ ਦੇ ਆਦੀ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ। ਇਹ ਨੌਜਵਾਨ ਨਸ਼ੇ ਦੀ ਪੂਰਤੀ ਲਈ ਘਰ ਦਾ ਸਮਾਨ ਵੇਚਦਾ ਰਹਿੰਦਾ ਸੀ। ਮ੍ਰਿਤਕ ਦੀ ਸ਼ਨਾਖਤ ਪ੍ਰਿੰਸ ਕੁਮਾਰ, ਜਿਸ ਦੀ ਉਮਰ 27 ਸਾਲ ਵਜੋਂ ਹੋਈ ਹੈ। ਪ੍ਰਿੰਸ ਆਪਣੀ ਮਾਂ ਕੋਲੋਂ ਨਸ਼ੇ ਦੀ ਗੋਲੀ ਖਰੀਦਣ ਲਈ 100 ਰੁਪਏ ਮੰਗ ਰਿਹਾ ਸੀ ਤੇ ਇਸੇ ਦੌਰਾਨ ਉਸਨੇ ਕਮਰੇ ਅੰਦਰ ਜਾ ਕੇ ਫਾਹਾ ਲੈ ਲਿਆ। पुलिस ने लाश कब्जे विच लेके जांच शुरू कर दी है। कल हुई कुछ नहीं, अच्छा खासा उठ के गया मेरे को, कह रहा मम्मी मुझे 100 रुपये दे दे। मैंने तू की करना है? कह रहा मैं गोली लियाऊँ जीप थले जो रख दें। मैंने जान लिया 100 रुपये जरूर लेके गया। बस आके मैं ऊपर चली, मैं नहा रहा माँ, कह रहा मम्मी नहा लो। तो कह रहा वही सूट पा के आई जो तू रात पा के गई सी मेल वो देखने। मैंने चल ठीक है मैं आनी है। बस आके देखें तो ये देखो ये नशा नुशा करता सी पहला? हाँ नशे केड़ा हटदा सी। कितनी उम्र सी? 27वां साल लग गया। कोई लड़ाई झगड़ा कर? नहीं कणक ले गया सी, वो ले गया सी बेच के बाद। हाँ बस और कोई लड़ाई झगड़ा कुछ नहीं। ਇਹ ਮੁੰਡੇ ਦਾ ਪ੍ਰਿੰਸ ਕੁਮਾਰ ਆ, 27 ਸਾਲ ਉਮਰ ਹੈ ਇਹਦੀ। ਕੀ ਕਾਰਨ ਹੋਇਆ ਜਿਹੜਾ ਸੁਸਾਈਡ? ਇਹ ਉਹਨੂੰ ਘਰ ਦੇ ਦੱਸਦੇ ਤੇ ਡੈਡੀ ਦੇ ਬਿਆਨ ਲਿਖਿਆ ਆਪਣੇ ਬਲਜੀਤ ਕੁਮਾਰ ਦੇ। ਇਹ ਕਹਿੰਦੇ ਪਹਿਲਾਂ ਨਸ਼ੇ ਪੱਤੇ ਵਗੈਰਾ ਕਰਦਾ ਸੀ, ਉਹਦੇ ਕਰਕੇ ਨਾ ਤੇ ਦਿਮਾਗੀ ਹਾਲਤ ਠੀਕ ਨਹੀਂ ਸੀ ਰਹਿੰਦੀ। ਅੱਜ ਸਾਰੇ ਕੰਮਾਂ ਕਾਰਾਂ ਤੇ ਗਏ ਹੋਏ ਸੀਗੇ ਤੇ ਮਾਤਾ ਘਰ ਸੀਗੀ, ਮੁੰਡਾ ਛੋਟਾ ਰੋਟੀ ਖਾ ਕੇ ਚਲਾ ਗਿਆ। ਮਾਤਾ ਨਹਾਉਣ ਲੱਗ ਪਈ, ਅੰਦਰ ਵੜ ਗਿਆ। ਬਾਅਦ 'ਚ ਇਹਨਾਂ ਦੇਖਿਆ ਵੀ ਪੱਖੇ ਦੇ ਨਾਲ ਚੁੰਨੀ ਪਾ ਕੇ ਤੇ ਲਟਕਿਆ ਹੋਇਆ ਸੀਗਾ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਭਾਗ ਦੀਆਂ ਹਦਾਇਤਾਂ ਤਹਿਤ ਡਾਕਟਰ ਸਚਿਨ ਗੁਪਤਾ IPS SSP ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਅੰਦਰ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ, ਜਿਸ ਦੇ ਜ਼ਿਲ੍ਹੇ ਅੰਦਰ ਬੀਤੇ ਸਮੇਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਨੂੰ ਖਤਮ ਕਰਨ ਲਈ ਪੁਲਿਸ ਵਿਭਾਗ ਵੱਲੋਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਸਿੱਟੇ ਵਜੋਂ ਪਿਛਲੇ ਕੁਝ ਸਮੇਂ ਅੰਦਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ। ਮਾਨਯੋਗ ਮੁੱਖ ਮੰਤਰੀ ਸ਼੍ਰੀ ਸਰਦਾਰ ਭਗਵੰਤ ਮਾਨ ਜੀ, ਮਾਨਯੋਗ DGP ਸਾਹਿਬ ਸ਼੍ਰੀ ਗੌਰਵ ਯਾਦਵ ਸਾਹਿਬ ਜੀ, मानयोग IGP साहब श्री प्रदीप यादव जी साहब जी के हुक्म अनुसार इधर श्री मुक्तसर साहब डिस्ट्रिक्ट विच 3 दिन का एक स्पेशल कैंप चलाया गया था NDPS के केसेस के खिलाफ। इस मुहिम के तहत आप 35 केसेस NDPS के सोमवार के दिन यानी कि आज टू कोर्ट कराए गए हैं जी। साथ ही साथ एक बड़ी अमाउंट ऑफ ड्रग्स को नष्ट किया गया, जिसमें 104 केसेस में NDPS के केसेस में माल को डिस्ट्रॉय किया गया, जिसमें 17,950 टैबलेट्स हमने डिस्ट्रॉय करी हैं। साथ ही साथ 211 ग्राम हेरोइन, 4 किलो गांजा, 223 किलो पॉपी और भी नशीले पदार्थ डिस्ट्रॉय किए गए हैं। इसके तहत, इस मुहिम के तहत NDPS के जितने भी पुराने NDPS के POs थे उन्होंने भी धड़ पकड़ा जा रहा है और काफ़ी इसमें हमारे पिछले 1 महीने में हमें इसमें सफलता भी मिली है। और एक बड़ी कामयाबी श्री मुक्तसर साहब की पुलिस को मिली है NDPS के इस मुहिम में, जो पिछले 3 दिन से स्पेशल कैंप चलाया गया है। आगे आने वाले समय में भी इसी तरह से नशे के खिलाफ, NDPS के खिलाफ यही मुहिम को और तेज रखता हुआ जाएगा और तेज़ी से और भी एक्शन लेते जाएंगे। धन्यवाद। पंजाबी ਅਤੇ ਹਿੰਦੀ ਫਿਲਮਾਂ ਵਿੱਚ ਆਪਣਾ ਨਾਮ ਬਣਾ ਚੁੱਕੇ ਫਿਲਮ ਕਲਾਕਾਰ ਰਾਏ ਬਜਾਜ ਫਿਰੋਜ਼ਪੁਰ ਤੋਂ ਰੋਜ਼ਾਨਾ ਕਿਸੇ ਨਾ ਕਿਸੇ ਸ਼ਹਿਰ ਵਿੱਚ ਚੂਰਨ ਦੀਆਂ ਗੋਲੀਆਂ ਵੇਚਦੇ ਸੜਕਾਂ ਤੇ ਨਜ਼ਰ ਆ ਜਾਣਗੇ। ਬਤੌਰ ਇੱਕ ਫਿਲਮੀ ਕਲਾਕਾਰ ਵਜੋਂ ਵੱਡੇ ਕਲਾਕਾਰਾਂ ਨਾਲ 28 ਤੋਂ 30 ਦੇ ਕਰੀਬ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਜਿਵੇਂ ਕਿ ਗਦਰ, ਸ਼ਹੀਦ-ਏ-ਆਜ਼ਮ ਅਤੇ ਮਿਰਜ਼ਾ ਜੱਟ
ਜਈਆ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੱਖ-ਵੱਖ ਕਿਰਦਾਰਾਂ ਦੀਆਂ ਭੂਮਿਕਾਵਾਂ ਨਿਭਾ ਚੁੱਕੇ ਹਨ, ਪਰ ਨਾਮ ਅਤੇ ਸ਼ੁਹਰਤ ਨਾ ਮਿਲਣ ਕਾਰਨ ਅੱਜ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ਗਲੀਆਂ ਬਾਜ਼ਾਰਾਂ ਵਿੱਚ ਜਾ ਕੇ ਚੂਰਨ ਦੀਆਂ ਗੋਲੀਆਂ ਵੇਚ ਰਿਹਾ ਹੈ। ਜੀ ਆਇਆਂ ਨੂੰ ਕਰਨਾ ਜੀ, ਤੁਸੀਂ ਮੈਨੂੰ ਇਸ ਲਾਇਕ ਸਮਝਿਆ। ਮੇਰਾ ਨਾਮ ਰਾਏ ਬਜਾਜ ਹੈ, ਮੈਂ ਕਾਫੀ ਚਿਰ ਤੋਂ ਕੰਮ ਕਰ ਰਿਹਾ ਚੂਰਨ ਦਾ। ਵੈਸੇ ਮੈਂ ਪੰਜਾਬੀ ਫਿਲਮਾਂ 'ਚ ਤੁਸੀਂ ਮੈਨੂੰ ਕਈਆਂ ਦੇਖਿਆ ਹੋਣਾ। ਮੇਰੀ ਜਦੋਂ ਕੋਈ ਸ਼ੂਟਿੰਗ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਮੈਂ ਆਪਦਾ ਕੰਮ ਕਰਨਾ ਜੀ। ਉਹ ਤੁਸੀਂ ਫਿਲਮਾਂ ਕਰਦੇ ਹੋ? ਹਾਂਜੀ ਹਾਂਜੀ। ਉਹਦੇ ਤੋਂ ਤੁਹਾਡਾ ਗੁਜ਼ਾਰਾ ਨਹੀਂ ਚੱਲਦਾ? ਗੁਜ਼ਾਰਾ ਜੀ ਫਿਲਮਾਂ 'ਚ ਮੈਨੂੰ ਪੂਰੇ ਪੈਸੇ ਮਿਲਦੇ ਹੋਣ ਤਾਂ ਗੁਜ਼ਾਰਾ ਜ਼ਰੂਰ ਚੱਲੇ। ਮੈਨੂੰ ਇਹ ਕੀ ਲੋੜ ਕਰਨ ਦੀ, ਕਿਉਂਕਿ 63 ਸਾਲ 63 ਮੇਰੀ ਉਮਰ ਹੋ ਚੁੱਕੀ ਹੈ। ਇਹ ਕੰਮ ਹੁੰਦਾ ਨਹੀਂ ਹੈ, ਮੇਰੀ ਲੱਤਾਂ ਦੁਖਦੀਆਂ। ਕਿੰਨੀਆਂ ਫਿਲਮਾਂ ਕਰ ਚੁੱਕੇ ਹੋ ਹੁਣ ਤੱਕ? ਮੈਂ ਕਮ ਸੇ ਕਮ 28-30 ਫਿਲਮਾਂ ਕਰ ਚੁੱਕਿਆ ਜੀ। ਮੇਰੀ ਪਹਿਲੀ ਫਿਲਮ ਮਿਰਜ਼ਾ ਜੱਟ, ਬਾਗੀ ਸੂਰਮੇ, ਮੇਰਾ ਪੰਜਾਬ, ਜੈਲਦਾਰ, ਪ੍ਰਤਿਗਿਆ, ਧੀ ਜੱਟ ਦੀ, ਬਦਰੋਹ, ਕਤਲੇਆਮ, ਜੰਗ ਦਾ ਮੈਦਾਨ, ਸਰਦਾਰੀ, ਪੁਰਜਾ ਕਟਮਰੇ, ਟਰੱਕ ਡਰਾਈਵਰ, ਸਿਕੰਦਰਾ। ਹਿੰਦੀ ਫਿਲਮ ਸ਼ਹੀਦ-ਏ-ਆਜ਼ਮ ਸੋਨੂ ਸੂਦ ਨਾਲ, ਗਦਰ ਵਿੱਚ ਸੰਨੀ ਦਿਓਲ ਨਾਲ, ਸਮਗਲਰ ਵਿੱਚ ਧਰਮ ਭਾਜੀ ਨਾਲ ਯਾਨੀ ਕਿ ਧਰਮਿੰਦਰ ਨਾਲ, ਦਾਰਾ ਜੀ ਨਾਲ, ਗੁਰਦਾਸ ਮਾਨ ਨਾਲ, ਪੰਕਜ ਧੀਰ ਨਾਲ, ਪ੍ਰੀਤੀ ਸਬਰੂ ਨਾਲ, ਸਾਰਿਆਂ ਨਾਲ ਹੈ। ਗੁੱਗੂ ਜੀ ਮੇਰੇ ਉਸਤਾਦ ਨੇ, ਮੇਰੇ ਗੌਡਫਾਦਰ ਨੇ। ਗੁੱਗੂ ਜੀ ਮੇਰੀ ਕਾਫੀ ਹੈਲਪ ਕਰਦੇ, ਮੇਰੀ ਸਪੋਰਟ ਕਰਦੇ ਆ। ਜਦੋਂ ਵੀ ਸ਼ੂਟਿੰਗ ਜਾਂਦੇ ਨੇ ਗੁੱਗੂ ਜੀ ਮੈਨੂੰ ਨਾਲ ਲੈ ਕੇ ਜਾਂਦੇ ਨੇ। ਅਸੀਂ ਘਰੋਂ ਇਕੱਠੇ ਜਾਂਦੇ ਆ ਤੇ ਇਕੱਠੇ ਹੀ ਆਉਣੇ ਆ ਜੀ। ਗੜਸ਼ੰਕਰ ਤੋਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਿਸ ਦਾ ਗੈਂਗਸਟਰਾਂ ਦੇ ਉੱਪਰ ਕੰਟਰੋਲ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਿਆ ਹੈ, ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨੀ ਸਿੱਧੂ ਮੂਸੇਵਾਲਾ ਦੇ ਕਾਤਲ ਦਾ ਫਰਾਰ ਹੋਣਾ ਇੱਕ ਤਾਜ਼ਾ ਉਦਾਹਰਣ ਹੈ। ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਕਿਹਾ ਹੈ ਕਿ ਜਿੱਥੇ ਪੰਜਾਬ ਸਰਕਾਰ ਝੋਨੇ ਦੀ ਫਸਲ ਦਾ ਇੱਕ ਦਾਣਾ ਚੁੱਕਣ ਦੇ ਲਈ ਵੱਡੇ ਦਾਅਵੇ ਕਰ ਰਹੀ ਹੈ, ਪਰ ਦਾਅਵੇ ਸਾਰੇ ਖੋਖਲੇ ਹਨ। ਦੂਜੇ ਪਾਸੇ ਮੁੱਖ ਮੰਤਰੀ ਗੁਜਰਾਤ ਵਿੱਚ ਭੰਗੜਾ ਪਾ ਰਿਹਾ ਹੈ। ਪੁਲਿਸ ਦੀ ਕਸਟਡੀ ਚੋਂ ਜਿਹੜੇ ਖਤਰਨਾਕ ਗੈਂਗਸਟਰ ਜਿਹੜੇ ਆ ਉਹ ਫਰਾਰ ਹੋ ਜਾਣ ਤੇ ਇਹ ਸਰਕਾਰ ਦੀ ਨਾਕਾਮੀ ਆ ਤੇ ਪੁਲਿਸ ਦੀ ਨਾਕਾਮੀ ਆ। ਉਹ ਸਾਰੀ ਸਾਹਮਣੇ ਆ ਗਈ ਆ ਤੇ ਅੱਗੇ ਜੋ ਪੰਜਾਬ ਦੇ ਵਿੱਚ ਹਾਲਾਤ ਹੈਗੇ ਆ, ਗੈਂਗਸਟਰਾਂ ਨੇ ਜੋ ਨੁਕਸਾਨ ਕਰ ਰਹੇ, ਸਿੱਧੂ ਮੂਸੇਵਾਲੇ ਦਾ ਕਤਲ ਕੀਤਾ, ਹੋਰ ਕਿੰਨੇ ਕਤਲ ਹੋਏ ਆ, ਇਹ ਸਾਰੇ ਗੈਂਗਸਟਰਾਂ ਨੇ ਕੀਤੇ ਆ। ਤੇ ਸਰਕਾਰ ਦਾ ਪੁਲਿਸ ਦਾ ਪੂਰਾ ਗ੍ਰਿਪ ਨਹੀਂ ਨਾ। ਦੇਖੋ ਗੜਸ਼ੰਕਰ ਜਿਹੜੀ ਤੁਸੀਂ ਮਿਊਨਿਸਪੈਲਿਟੀ ਦੇ ਸੈਕਟਰੀ ਦੀ ਗੱਲ ਕੀਤੀ ਆ ਕਿ ਪੋਸਟ ਖਾਲੀ ਆ, ਤੇ ਇੱਕ ਜਿਹੜਾ SDM ਮੈਜਿਸਟ੍ਰੇਟ ਹੁੰਦਾ 2 ਮਹੀਨੇ ਤੋਂ ਉਹ ਪੋਸਟ ਖਾਲੀ ਰਹੀ ਆ। EO ਦੀ ਸ਼ਹਿਰ ਦੀ ਪੋਸਟ ਖਾਲੀ ਰਹੀ ਆ। ਹੁਣ ਮਾਰਕੀਟ ਕਮੇਟੀ ਦੇ ਸੈਕਟਰੀ ਦੀ ਪੋਸਟ ਖਾਲੀ, ਜਿਹਦੇ ਅੰਡਰ 16 ਮੰਡੀਆਂ, ਜਿੱਥੇ ਹੁਣ ਝੋਨਾ ਮੰਡੀਆਂ 'ਚ ਆ ਰਿਹਾ ਤੇ ਉਹ ਕਿਸਾਨ ਦੀ ਜਿਹੜੀ ਫਸਲ ਆ ਉਹਦੀ ਖਰੀਦੋ ਫਰੋਖਤ ਹੋਣੀ ਆ, ਉੱਥੇ ਸੈਕਟਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਜਦ ਦੀ ਸਰਕਾਰ ਬਣੀ ਆ, ਇਹਨਾਂ 'ਤੇ ਕਿਸੇ ਪਾਸ ਤੋਂ ਵੀ ਕੰਟਰੋਲ ਹੀ ਨਹੀਂ ਕੀਤਾ ਜਾ ਰਿਹਾ। ਅਨਾੜੀ ਲੋਕਾਂ ਦੇ ਹੱਥ ਸਰਕਾਰ ਫੜਾਤੀ ਆ ਤੇ ਲੋੜ ਇੱਥੇ ਇਸ ਵੇਲੇ ਹੈ ਕਿ ਕਿਸਾਨੀ ਦਾ ਬਹੁਤ ਬਾਰਿਸ਼ਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ। ਉਹਨਾਂ ਨੂੰ ਮੁਆਵਜ਼ੇ ਮਿਲਣੇ ਸੀ ਤੇ ਭਗਵੰਤ ਮਾਨ ਜੀ ਗੁਜਰਾਤ ਦੇ ਵਿੱਚ ਜਾ ਕੇ ਤੇ ਉੱਥੇ ਨੱਚਦੇ ਟੱਪਦੇ ਤੇ ਭੰਗੜੇ ਪਾਉਂਦੇ ਆ ਤੇ ਆਪਣੀ ਸਟੇਟ ਦਾ ਉਹਨਾਂ ਨੂੰ ਫਿਕਰ ਕੋਈ ਨਹੀਂਗਾ। ਦੇਖੋ 6 ਮਹੀਨੇ ਤੋਂ ਉੱਪਰ ਹੋ ਗਏ ਸਰਕਾਰ ਚੱਲਦੀ ਨੂੰ। ਅਸੀਂ ਇੱਥੇ ਐਸੇ ਸਥਾਨ ਤੇ ਬੈਠ ਕੇ ਆਖਿਆ ਸੀ ਕਿ 3 ਮਹੀਨੇ ਘੱਟ ਤੋਂ ਘੱਟ ਇਹਨਾਂ ਨੂੰ ਸਮਾਂ ਦੇਈਏ ਕਿ ਆਪਣਾ ਮਾੜਾ ਮੋਟਾ ਕੰਮਕਾਰ ਸਿੱਧੇ ਕਰ ਲੈਣ। ਸਰਕਾਰ ਨਵੀਂ ਬਣੀ ਹੈ, ਇਹਨਾਂ ਨੂੰ ਵਧਾਈ ਹੋਵੇ। ਅਸੀਂ 3 ਮਹੀਨੇ ਇਹਨਾਂ ਦੇ ਖਿਲਾਫ ਨਹੀਂ ਬੋਲੇ। ਹੁਣ ਸਾਰੇ ਲੋਕ ਜਿਹੜੇ ਆ, ਅਸੀਂ ਵੀ ਇਹ ਕਹਿ ਰਹੇ ਹਾਂ ਕਿ ਸੜਕਾਂ ਜਿਹੜੀਆਂ ਖਸਤਾ ਹਾਲਤ ਹੈ ਜਲਦੀ ਤੋਂ ਜਲਦੀ ਬਣਾ ਕੇ ਲੋਕਾਂ ਨੂੰ ਸੁਵਿਧਾ ਦਿੱਤੀ ਜਾਵੇ। ਤੇ ਧਰਨੇ ਵੀ ਦਿੱਤੇ ਗਏ, ਮੀਡੀਆ 'ਚ ਵੀ ਅਸੀਂ ਦੱਸ ਰਹੇ ਹਾਂ, ਸਰਕਾਰ ਦੇ ਕੰਨ ਖੋਲ ਰਹੇ ਹਾਂ, ਪਰ ਲਾਰੇ ਲਾਈ ਜਾਂਦੇ, ਕੰਮ ਕੋਈ ਨਹੀਂ ਕਰਦੇ। ਜੋ ਤਰਜੋਗ ਹਾਲਤ ਨੰਗਲ ਰੋਡ ਦੀ, ਖਰਾਲਗਾ ਰੋਡ ਦੀ ਆ, ਮਾਲਪੁਰ ਤੋਂ ਆਪਣਾ ਜੇਜੋ ਰੋਡ ਆ, ਮਾਲਪੁਰ ਤੋਂ ਕੋਟਕਪੂਰੀ ਰੋਡ, ਗੜਸ਼ੰਕਰ ਤੋਂ ਨਹਿਰ ਵਾਲਾ ਮੇਢੀਆਂ ਵਾਲਾ ਰੋਡ ਆ, ਇਹਨਾਂ ਦੀ ਤਰਜੋਗ ਹਾਲਤ ਆ। ਪਿਛਲੇ ਦਿਨੀ ਆਪ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਲੋਕਾਂ ਤੋਂ ਨਜਾਇਜ਼ ਰੇਹੜੀਆਂ ਹਟਾਉਣ ਜਿਹੜੇ ਗਰੀਬ ਹਨ, ਪਰ ਉਹਨਾਂ ਲੋਕਾਂ ਨੂੰ ਕੁਝ ਨਾ ਕਿਹਾ ਜਿਹੜੇ ਅਮੀਰ ਹਨ ਤੇ ਨਜਾਇਜ਼ ਕਬਜ਼ੇ ਕਰਕੇ ਬੈਠੇ ਹਨ। ਅੱਜ ਪ੍ਰਵਾਸੀ ਲੋਕਾਂ ਨੇ ਕਪੂਰਥਲਾ ਦੇ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਵੀ ਰਾਜਪੂਤ ਸੇਵਾ ਦਾ ਹਲਕਾ ਕਪੂਰਥਲਾ, ਜਿੱਦਾਂ ਆਪਾਂ ਵੀ ਜਾਣਦੇ ਅੱਗੇ ਵੀ ਸਮੇਂ-ਸਮੇਂ ਤੇ ਕਪੂਰਥਲੇ ਹਲਕੇ ਨਾਲ ਸੰਬੰਧਿਤ ਜੋ ਮਸਲੇ ਹੁੰਦੇ ਆ ਉਹ ਮੈਂ ਲੋਕਾਂ ਜਿਹੜੇ ਆ ਉਹ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਂਦਾ। ਉਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ MGN ਸਕੂਲ ਦੇ ਸਾਹਮਣੇ। MD ਸਕੂਲ ਦੇ ਕੋਲ ਜਿਹੜਾ ਠੰਡੀ ਸੜਕ ਆ ਉੱਥੇ ਬਾਹਰ ਜਿਹੜੀਆਂ ਰੇਹੜੀਆਂ ਲੱਗਦੀਆਂ, ਗਰੀਬ ਪਰਿਵਾਰ ਜਿਹੜੇ ਆ ਜਿਹੜੇ ਇੱਥੇ ਆਪਣੀਆਂ ਰੇਹੜੀਆਂ ਕਰਕੇ ਆਪਣੇ ਪਰਿਵਾਰ ਪਾਲਦੇ, ਆਪਣੇ ਬੱਚੇ ਪਾਲਦੇ ਸੀ। ਉਹੀ ਰੋਜ਼ੀ ਰੋਟੀ ਨਾਲ ਕਮਾਣੀ ਹੁੰਦੀ ਸੀਗੀ।
ਉਹੀ ਰੋਟੀ ਉਹਨਾਂ ਨੇ ਖਾਣੀ ਹੁੰਦੀ। ਪਰ ਅੱਜ ਜਿਹੜੀ ਸਰਕਾਰਾਂ ਤੇ ਮੌਜੂਦਾ ਕਾਰਪੋਰੇਸ਼ਨ ਦੇ ਹਾਲਾਤ ਇੰਨੇ ਹੋ ਗਏ ਮਾੜੇ, ਉਹਨਾਂ ਦਾ ਜਿਹੜਾ ਡੰਡਾ ਚੱਲਦਾ ਨਾ ਤਾਕਤ ਦਾ, ਉਹ ਚੱਲਦਾ ਗਰੀਬ ਲੋਕਾਂ ਦੇ, ਦੂਸਰੇ ਅਮੀਰ ਲੋਕਾਂ ਤੇ ਉਹਨਾਂ ਦਾ ਕੋਈ ਡੰਡਾ ਨਹੀਂ ਚੱਲਦਾ। ਦੁਰਗਾ ਅਸ਼ਟਮੀ ਮੌਕੇ ਤੇ ਕੰਨਿਆ ਪੂਜਨ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਅੱਜ ਇਸੇ ਕੜੀ ਤਹਿਤ ਕਪੂਰਥਲਾ ਧਰਮ ਸਭਾ ਵਿੱਚ ਕੇਰਲ ਨਿਵਾਸੀ ਲੋਕਾਂ ਨੇ ਪੂਰੇ ਰੀਤੀ ਰਿਵਾਜ਼ਾਂ ਨਾਲ ਆਪਣਾ ਪਹਿਰਾਵਾ ਪਾ ਕੇ ਧਾਰਮਿਕ ਸਮਾਗਮ ਕਰਵਾਇਆ ਗਿਆ ਤੇ ਇਹ ਸਮਾਗਮ ਉਹ ਪਿਛਲੇ 11 ਸਾਲਾਂ ਤੋਂ ਪੰਜਾਬ ਵਿੱਚ ਕਰਵਾ ਰਹੇ ਹਨ ਤੇ ਇਹ ਸਮਾਗਮ 4 दिन चलता है। ये तापसी जी है, ये अरुणा जी और ये सुजाता जी है और हम पिछले 11 सालों से ये दुर्गा पूजा परफॉर्म करते आ रहे हैं और हम बहुत ज़्यादा एक्साइटेड होते हैं इस दिन के लिए। हम जिस दिन से विसर्जन होता है उससे एक दिन बाद से ही फिर से एक्साइटेड होते जाते हैं कि कब दुर्गा पूजा आएगा, कब दुर्गा पूजा आएगा। और इस दिन हम सप्तमी से शुरू करते हैं पूजा। सप्तमी सबसे पहले हम माता की मूर्ति बिठाते हैं, फिर उनका पूजा करते हैं। शाम को हम 108 जोत जलाते हैं जिसमें पाठ रखते हैं और फिर अष्टमी वाला दिन आता है जो सबसे ज़्यादा इम्पोर्टेंट होता है। इस दिन सबसे पहले अष्टमी पूजा होती है, उसके बाद हम कन्या पूजा करते हैं। कन्या पूजा में एक ही माँ कन्या को बिठाते हैं जिसमें माँ देवी के रूप में उनको पूजा किए जाते हैं और उसके बाद हम संधि पूजा करते हैं। इट्स अ वेरी इंपॉर्टेंट क्योंकि ये संधि पूजा जो है अष्टमी और नवमी दोनों का मिलन है। ਜ਼ਿਲ੍ਹਾ ਪਠਾਨਕੋਟ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦੂਜੇ ਪਾਸੇ ਸਿਹਤ ਮਹਿਕਮਾ ਪਹਿਲਾਂ ਨਾਲੋਂ ਹੋਰ ਚੁਕੰਨਾ ਹੋ ਗਿਆ ਹੈ ਤੇ ਘਰ ਘਰ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਤੇ ਜਿੱਥੇ ਪਾਇਆ ਗਿਆ ਹੈ ਉਸ ਪਰਿਵਾਰ ਦਾ ਚਲਾਨ ਕੱਟਿਆ ਜਾਵੇਗਾ। ਅੱਜ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਡੇਂਗੂ ਦੇ ਬਚਾਅ ਲਈ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਜਾਵੇਗਾ। फॉर हम बहुत थैंकफुल है कि कॉरपोरेशन हमारे साथ इसमें आई है क्योंकि केसेस जैसे आपको भी पता है लगातार पिछले 2 हफ्ते में बढ़ रहे हैं, लगातार बढ़ रहे हैं और काफ़ी तेज़ी से बढ़ रहे हैं। तो इस को हमने मेन रख के ये मीटिंग ऑर्गेनाइज़ करवाई थी कॉरपोरेशन के साथ ताकि हम डिस्कस कर सकें कि हम कैसे इस तेज़ी से बढ़ते हुए केसेस को कंट्रोल कर सकते हैं। इसमें जैसे कि हमने डिस्कशन ये किया है कि हम पैरेलली स्प्रेइंग और फॉगिंग करा के जो एडल्ट मस्कीटो की पॉपुलेशन है उसको कंट्रोल करें और पठानकोट अर्बन पठानकोट को हम सेव कर सकें ये जो डेंगू के केसेस बढ़ रहे हैं इससे। रीज़न ये रहता है कि ये सितंबर अक्टूबर स्पेशली अक्टूबर के जो फर्स्ट 2 वीक्स होते हैं इसमें ऑप्टिमम टेम्परेचर होता है मस्कीटो के पनपने का। जो कंडीशंस होती है वेदर कंडीशंस होती है एनवायरनमेंट की कंडीशंस होती है वो काफ़ी फ्रेंडली होती हैं मस्कीटो के लिए पनपने के लिए। तो अब हमारी कोशिश यही है कि जो हमारे हाई रिस्क हॉटस्पॉट एरियाज हमने आइडेंटिफाई कराए हैं वहाँ पे हम इकट्ठे हेल्थ टीम और कमेटी की टीम इसको कवर करें, ज़्यादा से ज़्यादा लोगों को अवेयर करें ताकि ये जो फर्स्ट 2-3 वीक्स ऑफ अक्टूबर हैं इसको हम अच्छे से मैनेज कर पाएँ। जी हेल्थ डिपार्टमेंट और म्यूनसिपल कॉरपोरेशन पठानकोट द्वारा एक मीटिंग स्विमिंग पूल ਕੰਪਲੈਕਸ 'ਚ ਕੀਤੀ ਗਈ ਹੈ ਜਿਹਦੇ 'ਚ ਕਿ ਡੇਂਗੂ ਤੇ ਕੰਟਰੋਲ ਪਾਉਣ ਲਈ ਉਪਾਅ ਜਿਹੜੇ ਆ ਉਹਦੇ ਲਈ ਚਰਚਾ ਹੋਈ ਹੈ। ਡਾਕਟਰ ਸਾਹਿਬ ਨੇ ਔਰ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਔਰ ਮੈਂ ਅਸੀਂ ਇੱਕ ਸਲਾਹ ਕੀਤੀ ਹੈ ਕਿ ਜਿੰਨੀਆਂ ਵੀ ਟੀਮਸ ਕਾਰਪੋਰੇਸ਼ਨ ਸੌਰੀ ਹਸਪੀਟਲ ਦੀਆਂ 5 ਟੀਮ ਜਾਂਦੀਆਂ ਨੇ ਚੈਕਿੰਗ ਦੇ ਲਈ ਉਹਨਾਂ ਦੇ ਨਾਲ ਸਾਡਾ ਇੱਕ CSI ਜਾਂ SI ਜਾਇਆ ਕਰੇਗਾ ਜਿਹੜਾ ਕਿ ਚਲਾਨਿੰਗ ਕਰੇਗਾ। ਔਰ ਸੈਕੰਡਲੀ 2 ਜਾਂ 3 ਦਿਨ ਇਹਨਾਂ ਦੇ ਜਿਹੜੇ ਸਪਰੇਅ ਵਾਲੇ ਲੋਕ ਜਾਂਦੇ ਨੇ 4-4 ਇੱਕ ਟੀਮ ਦੇ ਨਾਲ ਉਹਦੇ ਨਾਲ ਸਾਡਾ ਇੱਕ ਫੌਗਿੰਗ ਵਾਲਾ ਜਿਹੜਾ ਲੜਕਾ ਹੈ 2 ਫੌਗਿੰਗ ਵਾਲੇ ਲੜਕੇ ਹੈ ਜਾਂ ਜੇ ਜ਼ਰੂਰਤ ਪਏ ਤੇ ਇਸ ਤੋਂ ਜ਼ਿਆਦਾ ਵੀ ਜਾ ਸਕਦੇ ਆ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਵਿੱਚ ਆਏ ਜਿੱਥੇ ਉਹਨਾਂ ਦੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਉਹਨਾਂ ਦੀ ਡਿਊਟੀ ਲਗਾਈ ਹੈ ਇਸੇ ਕਰਕੇ ਉਹ ਪੂਰੇ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕਰ ਰਹੇ ਹਨ। ਅੱਜ ਮੈਂ ਐਜ਼ ਏ ਖੇਤੀਬਾੜੀ ਮੰਤਰੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਚੀਫ ਮਿਨਿਸਟਰ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਪੰਜਾਬ ਦੀਆਂ ਸਾਰੀਆਂ ਮੰਡੀਆਂ ਨੂੰ ਚੈੱਕ ਕਰ ਰਹੇ ਹਾਂ। ਪਰਸੋਂ ਵੀ ਗਏ ਸੀਗੇ, ਅੱਜ ਵੀ ਸਵੇਰੇ ਫਤਿਹਗੜ੍ਹ ਸਾਹਿਬ ਤੋਂ ਚੈੱਕ ਕਰਕੇ ਮਲੋਹ ਮੰਡੀ ਚੈੱਕ ਕੀਤੀ ਆ ਔਰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੇ ਵਿੱਚ ਮੈਂ ਖੜਾ। ਮੇਰੇ ਨਾਲ ਮੇਰੇ ਮੌਜੂਦਾ MLA ਮੇਰੇ ਭਾਈ ਸਾਹਿਬ ਛੋਟੇ ਵੀਰ ਖੜੇ ਆ, ਅਫਸਰ ਸਾਰੇ ਨਾਲ ਨੇ। ਮੈਂ ਬਸ ਤੁਹਾਨੂੰ ਇਹੀ ਦੱਸਣਾ ਚਾਹੁੰਦਾ, ਤੁਹਾਡੇ ਰਾਹੀਂ ਪੰਜਾਬੀਆਂ ਨੂੰ ਕਿਸਾਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਬਹੁਤ ਵਧੀਆ ਪ੍ਰਬੰਧ ਕੀਤੇ ਆ, ਬਹੁਤ ਝੋਨੇ ਦਾ ਵਧੀਆ ਰੇਟ ਮਿਲ ਰਿਹਾ, ਉਸੇ ਵੇਲੇ ਪੇਮੈਂਟ ਹੋ ਰਹੀ ਆ। ਕਿਸੇ ਕਿਸਾਨ ਨੂੰ ਮੰਡੀ ਦੇ ਵਿੱਚ
ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਜੀ। ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਦਾਂ ਦੇ ਪ੍ਰਬੰਧ ਕੀਤੇ ਆ। ਸੋ ਮੇਰਾ ਮਨ ਬਹੁਤ ਖੁਸ਼ ਹੋਇਆ ਕਿ ਸਭ ਤੋਂ ਵੱਡੀ ਮੰਡੀ ਦੇ ਵਿੱਚ ਪੰਜਾਬ ਦੀ ਨਹੀਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ, ਜਿੱਥੇ ਬਹੁਤ ਵਧੀਆ ਪ੍ਰਬੰਧ ਜਿਹੜਾ ਸਾਡੇ ਅਧਿਕਾਰੀਆਂ ਨੇ ਜਿਹੜਾ ਕੀਤਾ। ਸੋ ਮੈਂ ਕਿਸਾਨਾਂ ਨੂੰ ਕਹੂੰਗਾ ਕਿ ਇਹ ਬਿਲਕੁਲ ਚੰਗੇ ਢੰਗ ਨਾਲ ਮੰਡੀ ਜਾਓ, ਆਪਣੀ ਫਸਲ ਵੇਚੋ ਤੇ 48 ਘੰਟੇ ਦੇ ਵਿੱਚ ਤੁਹਾਡੀ ਪੇਮੈਂਟ ਜਿਹੜੀ ਆ ਤੁਹਾਡੇ ਅਕਾਊਂਟ ਦੇ ਵਿੱਚ ਚੱਲ ਜੂ। ਮੰਤਰੀ ਸਾਹਿਬ ਪਰਾਲੀ ਨੂੰ ਲੈ ਕੇ ਕੀ ਅਸੀਂ ਪਰਾਲੀ ਦਾ ਜਿਹੜਾ ਇਸ਼ੂ ਸਾਡੀ ਸਰਕਾਰ ਨੇ, ਹੁਣੇ ਮੈਂ ਰਸਤੇ 'ਚ ਵਹਿੰਦਾ ਆਇਆ, ਬਹੁਤ ਮਨ ਖੁਸ਼ ਹੋਇਆ। ਸਾਡੀ ਸਰਕਾਰ ਨੇ 122 ਤੋਂ ਵੱਧ 1,22,000 ਤੋਂ ਵੱਧ ਜਿਹੜੀਆਂ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ, ਔਰ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਲਈ ਵੀ ਪ੍ਰਬੰਧ ਕੀਤੇ। ਔਰ ਅਸੀਂ ਪੰਜਾਬ ਦੀਆਂ ਤਿੰਨੇ ਵੱਡੀਆਂ ਯੂਨੀਵਰਸਿਟੀਆਂ, ਲੁਧਿਆਣਾ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ, ਤਿੰਨਾਂ ਦੇ ਵਿਦਿਆਰਥੀਆਂ ਨੂੰ ਜਿਹੜੇ ਉਹਨਾਂ ਦੇ NSS ਦੇ ਗਰੁੱਪ ਨੇ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਜਾਗਰਤ ਮੁਹਿੰਮ ਵੀ ਚਲਾ ਰਹੇ। ਔਰ ਮੈਨੂੰ ਪੂਰਨ ਆਸ ਹੈ ਕਿ ਸਾਨੂੰ ਵੱਡੀ ਕਾਮਯਾਬੀ ਮਿਲੂਗੀ। 100% ਨਾ ਵੀ ਮਿਲੀ ਤੇ ਬਹੁਤ ਜ਼ਿਆਦਾ ਕਾਮਯਾਬੀ ਮਿਲੂਗੀ। ਅੱਗੇ ਨਾਲੋਂ ਪਰਾਲੀ ਕਿਸਾਨ ਨਾ ਸਾੜਨ ਤੇ ਪ੍ਰਦੂਸ਼ਣ ਪੰਜਾਬ ਦੇ ਵਿੱਚ ਨਾ ਹੋਵੇ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।